ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦੋਹਰਾ। ਸ਼ਹਿਜ਼ਾਦੇ ਕਰ ਬੰਧ ਕੈ ਪੁਨ ਬੂਝੇ ਜਗਤੇਸ਼। हमरा को अवलंब हवै तुम गवनौ परदेश। शहजादे कर बंध कै पुन बूझे जगतेश। वाहिगुरु जी का खालसा वाहिगुरु जी की फतेह। परम सत्कारयोग गुरु सबरो, गुरु सवारे, गुरु प्यारे, सतगुरां दे साजे नवाजे। गुरु का खालसा, साध संगत माई भाई जी। धन हन गरीब नवाज, साहिब कमाल, धन कलगीधर पिता जी। दीन दुनिया दे राखे, लोक परलोक दे विच पद रखण वाले सच्चे पातशाह महाराज। ਅੰਮ੍ਰਿਤ ਦੀਆਂ ਮਹਾਨ ਦਾਤਾਂ ਦੇ ਕੇ ਆਪਣੇ ਪਿਆਰਿਆਂ ਨੂੰ ਅਮਰ ਕਰ ਦੇਣ ਵਾਲੇ। ਐਸੀ ਅੰਮ੍ਰਿਤ ਦੀ ਦਾਤ ਜਿਨ੍ਹਾਂ ਨੂੰ ਮੁਨੀ ਮਹਾਤਮਾ ਵੀ ਲੱਭਦੇ ਹੈ, ਦੇਵਤੇ ਵੀ ਲੱਭਦੇ ਹੈ, ਮਨੁੱਖ ਵੀ ਲੱਭ ਰਹੇ ਹੈ, ਪਰ ਪ੍ਰਾਪਤ ਨਹੀਂ ਹੋ ਰਿਹਾ। ਸੁਰ ਨਰ ਮੁੰਜਨ ਨੇ ਅੰਮ੍ਰਿਤ ਖੋਜਦੇ, ਐਸਾ ਅੰਮ੍ਰਿਤ ਕਲਗੀਧਰ ਪਾਤਸ਼ਾਹ ਮਹਾਰਾਜ ਦੇਣ ਹਾਰੇ। ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਸਵਾ ਲੱਖ ਜ਼ਾਲਮ ਦੇ ਨਾਲ ਇਕੱਲੇ ਇਕੱਲੇ ਸਿੰਘ ਨੂੰ ਲੜਾਉਣ ਵਾਲੇ ਸੱਚੇ ਪਾਤਸ਼ਾਹ ਮਹਾਰਾਜ। ਚਿੜੀਆਂ ਵਰਗੇ ਡਰਪੋਕ ਹਿਰਦਿਆਂ ਨੂੰ ਸ਼ੇਰ ਬਣਾਉਣ ਵਾਲੇ ਸੱਚੇ ਪਾਤਸ਼ਾਹ। ਕਿਤਨੇ ਹੀ ਪਰਉਪਕਾਰ ਹਨ ਸਤਿਗੁਰਾਂ ਦੇ, ਕਹੇ ਨਹੀਂ ਜਾ ਸਕਦੇ, ਬੇਅੰਤੋਂ ਬੇਅੰਤ ਹੈ। ਐਸੇ ਗਰੀਬ ਨਵਾਜ ਦੀਨ ਦਿਆਲ ਸਤਿਗੁਰੂ ਜੀ ਦੀ ਵੱਡੀ ਭਾਰੀ ਕਿਰਪਾ ਹੋ ਰਹੀ ਹੈ, ਮਿਹਰ ਹੋ ਰਹੀ ਹੈ, ਜਿਸ ਦਾ ਸਦਕਾ ਹਜ਼ੂਰ ਦੇ ਪਾਵਨ ਪਵਿੱਤਰ ਚਰਨ ਪਰਸਣ ਦਾ, ਸੋਹਣੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਹ ਸਤਿਗੁਰੂ ਹੀ ਕਿਰਪਾ ਕਰਦੇ ਹਨ, ਦਇਆ ਕਰਦੇ ਹੈ, ਤਾਂ ਐਸੇ ਸੁਹਾਵਣੇ ਸਮੇਂ ਦੀ ਪ੍ਰਾਪਤੀ ਹੁੰਦੀ ਹੈ। ਸੋ ਇਸ ਵਾਸਤੇ ਸੰਗਤ ਜੀ, ਆਪ ਸਾਰੀਆਂ ਸੰਗਤਾਂ ਵਡਭਾਗੇ ਹੋ ਜੋ ਸਾਹਿਬ ਕਮਾਲ ਧੰਨ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਪਰਸ ਰਹੇ ਹੋ, ਸੋਹਣੇ ਦਰਸ਼ਨ ਕਰ ਰਹੇ ਹੋ। ਹਜ਼ੂਰ ਦੇ ਤਖ਼ਤ ਸਾਹਿਬ ਜੀ ਤੇ ਪਿਛਲੇ ਪਹਿਰ ਦੇ ਦੀਵਾਨਾਂ ਦੀ ਆਰੰਭਤਾ ਹੋ ਰਹੀ ਹੈ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰ ਘਰ ਤੋਂ ਬਰੋਸ ਆਏ ਹੋਏ ਸਿੰਘ ਸਾਹਿਬ ਜੀ ਨੇ ਨਿਤਨੇਮ ਦੀ ਮਰਜ਼ਾਦਾ ਅਨੁਸਾਰ ਸਤਿਗੁਰਾਂ ਨੂੰ ਦੇਗਾਂ ਦੇ ਭੋਗ ਲਵਾਏ ਹੈ। ਉਪਰੰਤ ਜੋ ਪਿਛਲੇ ਪਹਿਰ ਦੇ ਦੀਵਾਨ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਗੁਰੂ ਕੀ ਸੰਗਤ ਨੂੰ ਸਰਵਣ ਕਰਵਾਈ ਜਾਂਦੀ, ਉਸ ਦੀ ਆਰੰਭਤਾ ਹੋ ਰਹੀ ਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਨਰੈਣ ਹਨ। ਨਰ ਮਨੁੱਖੀ ਚੋਲੇ ਦੇ ਵਿੱਚ ਮਾਤਲੋਕ ਦੇ ਜੀਵਾਂ ਨੂੰ ਤਾਰਨ ਵਾਸਤੇ ਪ੍ਰਗਟ ਹੋਏ ਹੈ। ਐਸੇ ਗਰੀਬ ਨਵਾਜ ਦੀਨ ਦਿਆਲ ਸਤਿਗੁਰਾਂ ਦੀ ਪਾਵਨ ਪਵਿੱਤਰ ਕਥਾ ਸੰਗਤ ਜੀ ਚੱਲ ਰਹੀ ਹੈ। ਕੱਲ ਦੇ ਇਤਿਹਾਸ ਪ੍ਰਸੰਗ ਦੇ ਵਿੱਚ ਆਪ ਜੀਆਂ ਸੰਗਤਾਂ ਨੇ ਇਹ ਜੋ ਸੱਜਣ ਠੱਗ ਹੈ ਉਹਨੂੰ ਮਹਾਰਾਜ ਨੇ ਕਿਵੇਂ ਤਾਰਿਆ ਹੈ, ਨਿਹਾਲ ਕੀਤਾ ਹੈ, ਇਹ ਸਾਰਾ ਪ੍ਰਸੰਗ ਸੁਣਿਆ ਸੀਗਾ। ਸੱਚੇ ਪਾਤਸ਼ਾਹ ਮਹਾਰਾਜ ਭਾਈ ਮਰਦਾਨੇ ਜੀ ਦੇ ਰਾਹੀਂ ਕੌਤਕ ਕਰਦੇ। ਅੱਜ ਭਾਈ ਮਰਦਾਨਾ ਜੀ ਸਰੀਰ ਕਰਕੇ ਨਹੀਂ ਹਨ, ਤਿਨਾਂ ਦੇ ਸੁਪੁੱਤਰ ਭਾਈ ਸ਼ਹਿਜ਼ਾਦੇ ਨੂੰ ਸਤਿਗੁਰੂ ਜੀ ਰਾਏ ਭੋਏ ਦੀ ਤਲਵੰਡੀ ਅਜੋਕੇ ਨਨਕਾਣੇ ਸਾਹਿਬ ਵਿੱਚੋਂ ਲੈ ਕੇ ਆਏ ਨਾਲ। ਤਲੰਬਾ ਨਗਰ ਹੈ ਸਾਧ ਸੰਗਤ ਜੀ, ਮੁਲਤਾਨ ਦੇ ਪਾਸ।
ਉੱਥੇ ਇਹ ਸਾਰਾ ਕੌਤਕ ਹੋਇਆ ਸੀਗਾ। ਸ਼ਹਿਜ਼ਾਦੇ ਨੂੰ ਭੁੱਖ ਲੱਗੀ ਹੈ, ਸਤਿਗੁਰਾਂ ਨੇ ਲੰਗਰ ਛਕਣ ਨੂੰ ਭੇਜਿਆ ਹੈ। ਇਹ ਪਖੰਡੀ ਸਾਧ ਬਣਿਆ ਹੋਇਆ, ਵੱਡਾ ਚੋਲਾ ਪਾਇਆ ਹੈ, ਗਲ ਵਿੱਚ ਕਈ ਮਾਲਾ ਪਾਈਆਂ ਹੈ, ਮੱਥੇ ਦੇ ਵਿੱਚ ਤਿਲਕ 12 ਲਾਏ ਹੋਏ ਹੈ, ਗਲ ਮਾਲਾ ਤਿਲਕ ਲਾਟੰ ਦੇ ਧੋਤੀ ਬਸਤਰ ਕਪਾਟੰ ਜੇ ਜਾਨਸ ਕਰਮ ਬਰਮ ਸਭ ਫੋਗਟ ਨਿਹਚੋ ਕਰਮ। ਪਰ ਕਰਮ ਕਿਹੇ ਜਿਹੇ ਹੈ? ਕਸਾਈਆਂ ਵਾਲੇ, ਹੱਥ ਛੁਰੀ ਜਗਤ ਕਸਾਈ। ਇਹੋ ਜਿਹੇ ਕਰਮ। ਕੋਈ ਰਾਹੀ ਆਉਂਦਾ ਹੈ, ਇਹਦੀ ਧਰਮ ਦੀ ਸ਼ਾਲਾ ਨੂੰ ਦੇਖ ਕੇ, ਇਹਦੇ ਲਿਬਾਸ ਨੂੰ ਦੇਖ ਕੇ, ਇਹਦੀਆਂ ਮਾਲਾ ਤੇ ਟਿੱਕੇ ਹੋਏ ਲੱਗਿਆਂ ਨੂੰ ਦੇਖ ਕੇ ਇਹ ਭਰਮ ਜਾਂਦਾ ਹੈ ਤੇ ਇਹ ਉਸ ਨੂੰ ਆਰਾਮ ਕਰਨ ਵਾਸਤੇ ਕਮਰੇ ਵਿੱਚ ਭੇਜਦਾ ਹੈ। ਉੱਥੇ ਆਪਣੇ ਨੌਕਰਾਂ ਰਾਹੀਂ ਉਹਦਾ ਸਾਰਾ ਸਮਾਨ ਚੋਰੀ ਕਰਵਾ ਲੈਂਦਾ ਹੈ, ਖੋਹ ਲੈਂਦਾ ਹੈ। ਫਿਰ ਜੀਵ ਨੂੰ ਜੇ ਕੋਈ ਮੋਟਾ ਮਾਲਦਾਰ ਹੈ ਤੇ ਮਾਰ ਦਿੰਦੇ ਹੈ, ਮਾਰ ਕੇ ਜ਼ਮੀਨ ਵਿੱਚ ਗੱਡ ਦਿੰਦੇ ਹੈ। ਜੇ ਕੋਈ ਘੱਟ ਮਾਲਦਾਰ ਆ ਤੇ ਉਹਨੂੰ ਕੁੱਟ ਮਾਰ ਕੇ ਡਰਾ ਕੇ ਭਜਾ ਦਿੰਦੇ ਆ। ਐਸੇ ਇਹ ਕੋ ਕਰਮ ਕਰਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਦਇਆ ਕੀਤੀ ਇਹਦੇ ਉੱਤੇ, ਇਹਨੂੰ ਤਾਰਨ ਵਾਸਤੇ ਆਏ ਹੈ। ਸੋ ਭਾਈ ਸ਼ਹਿਜ਼ਾਦੇ ਨੂੰ ਮਾਰਿਆ, ਸਮਾਨ ਖੋਹ ਲਿਆ। ਸ਼ਹਿਜ਼ਾਦਾ ਮਨ ਹੀ ਮਨ ਬੇਨਤੀਆਂ ਕਰਦਾ, ਸੱਚੇ ਪਾਤਸ਼ਾਹ ਪਹੁੰਚੇ, ਜਾ ਕੇ ਛਡਾਇਆ ਹੈ। ਫਿਰ ਇਸ ਨੂੰ ਤਾਰਿਆ। ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਜਿਵੇਂ ਕਹਿਆਂ ਚਮਕਦਾ ਹੁੰਦਾ ਹੈਗਾ, ਪਰ ਉਹਦੇ ਵਿੱਚ ਘੋਲੀ ਹੋਈ ਸਿਆਹੀ ਜਿਹੜੀ ਮੱਸ ਹੈ ਉਹ ਅੰਦਰੋਂ ਕਹੇ ਨੂੰ ਕਾਲੀ ਰੱਖਦੀ ਹੈ। ਇਸੇ ਤਰ੍ਹਾਂ ਤੂੰ ਬਾਹਰੋਂ ਬੜਾ ਲਿਸ਼ਕ ਪੁਸ਼ਕ ਕੇ ਬੈਠਾ ਹੋਇਆ ਹੈ, ਅੰਦਰੋਂ ਕਰਮਾਂ ਦੀ ਸਿਆਹੀ ਇੰਨੀ ਕਾਲੀ ਹੈ, ਸਾਰੇ ਰੋਮ ਰੋਮ ਤੇਰੇ ਕਾਲੇ ਹੋਏ ਪਏ ਆ ਪਾਪਾਂ ਦੇ ਕਾਰਨ ਕਰਕੇ। ਗਰੀਬ ਨਵਾਜ ਨੇ ਮਿਹਰ ਕੀਤੀ ਸੀ, ਕਹਿਣ ਲੱਗਾ ਮਹਾਰਾਜ ਮੈਨੂੰ ਧਾਰੋ ਬਖਸ਼ ਲਵੋ। ਸਤਿਗੁਰੂ ਕਹਿਣ ਲੱਗੇ ਇੱਕ ਦੇ ਅੱਗੇ ਤੋਂ ਗੁਨਾਹ ਨਹੀਂ ਕੋਈ ਕਰਨਾ, ਪਾਪ ਨਹੀਂ ਕਰਨਾ, ਜ਼ੁਲਮ ਨਹੀਂ ਕਰਨਾ, ਧੱਕਾ ਨਹੀਂ ਕਰਨਾ, ਧਰਮ ਦੀ ਕਿਰਤ ਕਰਨੀ ਹੈ। ਦੂਸਰਾ, ਜਿੰਨੀ ਤੂੰ ਆ ਮਾਇਆ ਪਾਪਾਂ ਨਾਲ ਇਕੱਠੀ ਕੀਤੀ ਹੈ, ਕਿਉਂਕਿ ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਮੋਇਆਂ ਦਾ ਸਾਥ ਨਹੀਂ ਨਿਭਾਉਂਦੀ ਮਾਇਆ। ਪਾਪਾਂ ਤੋਂ ਬਿਨਾਂ ਬਹੁਤੇ ਖੁੱਲ੍ਹੇ ਗੱਫੇ ਆਉਂਦੇ ਨਹੀਂ ਹਨ। ਤੇ ਇਸ ਵਾਸਤੇ ਇਹ ਮਾਇਆ ਗਰੀਬਾਂ ਵਿੱਚ ਵੰਡਦੇ ਜੇ ਆਪਣਾ ਭਲਾ ਚਾਹੁੰਦਾ ਹੈ। ਇਹਨੇ ਉਦੋਂ ਹੀ ਸੰਗਤ ਜੀ ਮਹਾਰਾਜ ਦੇ ਵਚਨ ਨੂੰ ਸਤ ਕਰ ਮੰਨਿਆ, ਚਰਨ ਪਕੜ ਲੈ, ਢੰਡੋਰਾ ਪਟਵਾ ਕੇ ਗਰੀਬ ਲੋਕ ਜਿਹੜੇ ਸੀ ਸਾਰਿਆਂ ਨੂੰ ਬੁਲਾ ਲਿਆ। ਜਿੰਨੀ ਮਾਇਆ ਇਕੱਠੀ ਕੀਤੀ ਹੋਈ ਸੀ ਪਾਪਾਂ ਦੇ ਕਰਮ ਕਰਨ ਨਾਲ, ਉਹ ਸਾਰੀ ਗਰੀਬਾਂ ਦੇ ਵਿੱਚ ਵੰਡ ਦਿੱਤੀ। ਤੇ ਇਹਦਾ ਭਲਾ ਇਉਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਕੀਤਾ ਸੀਗਾ। ਭਾਈ ਮਰਦਾਨੇ ਸਾਹਿਬ ਜੀ ਦੇ ਸੁਪੁੱਤਰ ਭਾਈ ਸ਼ਹਿਜ਼ਾਦੇ ਨੂੰ ਸਤਿਗੁਰੂ ਭਾਈ ਮਰਦਾਨੇ ਦੇ ਅਸਥਾਨ ਖੁਰਮੇ ਨਗਰ, ਜਿੱਥੇ ਭਾਈ ਮਰਦਾਨੇ ਜੀ ਨੇ ਸਰੀਰ ਤਿਆਗਿਆ ਹੈ, ਉੱਥੇ ਛੱਡਣ ਵਾਸਤੇ ਜਾ ਰਹੇ ਹੈ। ਇੱਥੋਂ ਅੱਗੇ ਪ੍ਰਸੰਗ ਦੀ ਆਰੰਭਤਾ ਹੋ ਰਹੀ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਦਾ ਭਾਵਨਾ ਦੇ ਨਾਲ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪੱਥਰਾਂ ਨੂੰ ਤਾਰਨ ਹਾਰੇ, ਪੱਥਰਾਂ ਵਿੱਚ ਕੀੜਿਆਂ ਨੂੰ ਵੀ ਤਾਰਨ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਖਾਰਿਆਂ ਖੂਹਾਂ ਦਾ ਜਲ ਚਰਨ ਛੋਏ ਮਿੱਠਾ ਹੋਏ ਜਾਮ ਦਾ, ਲੂਣ ਵਰਗਾ ਪਾਣੀ ਜਿਨ੍ਹਾਂ ਸਤਿਗੁਰਾਂ ਦੇ ਚਰਨ ਛੋਹਣ ਦੇ ਨਾਲ ਉਹ ਅੰਮ੍ਰਿਤ ਵਰਗਾ ਪਾਣੀ ਮਿੱਠਾ ਹੋ ਗਿਆ। ਰੁੱਖੇ ਪਹਾੜ ਜਿਨ੍ਹਾਂ ਦੇ ਵਿੱਚ ਕਿਤੇ ਪਾਣੀ ਦੀ ਬੂੰਦ ਵੀ ਪ੍ਰਾਪਤ ਨਹੀਂ ਹੁੰਦੀ, ਸਤਿਗੁਰਾਂ ਚਰਨ ਲਾ ਕੇ ਚਸ਼ਮੇ ਵਹਾ ਦਿੱਤੇ ਆ। ਗੁਰਦੁਆਰਾ ਨਾਨਕ ਝੀਰਾ ਸਾਹਿਬ ਮਹਾਂਪੁਰਖਾਂ ਨੇ, ਕਾਰ ਸਿਆ ਵਾਲਿਆਂ ਨੇ ਬੜੀ ਭਾਰੀ ਸੇਵਾ ਕੀਤੀ ਹੈ। ਅਜੇ ਵੀ ਚੱਲ ਰਹੀ ਹੈ ਸੇਵਾ ਸੰਗਤ ਜੀ। ਬਾਬਾ ਨਰਿੰਦਰ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਜੀ, ਸਾਰੇ ਜਥੇਦਾਰ ਗੁਰਦੁਆਰਾ ਲੰਗਰ ਸਾਹਿਬ ਦੇ ਬੜੀ ਸੇਵਾ ਤਨ ਮਨ ਦੇ ਨਾਲ ਨਿਭਾ ਰਹੇ ਹੈ। ਪੰਜੇ ਸਾਹਿਬ ਦੇ ਮਹਾਰਾਜ ਦਾ ਇਤਿਹਾਸ ਸਭ ਦੁਨੀਆ ਜਾਣਦੀ ਹੈ। ਐਸੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਪੱਥਰਾਂ ਨੂੰ ਮੋਮ ਕਰ ਦਿੱਤਾ, ਔਰ ਇਸੇ ਤਰ੍ਹਾਂ
ਕਿਕਰਾਂ ਤੋਂ ਮਠਿਆਈਆਂ ਚੜਾਈਆਂ ਮੇਰੇ ਸਤਿਗੁਰਾਂ ਨੇ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਦੇ ਪਾਸ ਸੰਗਤ ਆ ਗਈ, ਭੁੱਖ ਲੱਗੀ ਹੈ, ਤੇ ਉਸੇ ਵੇਲੇ ਭਾਈ ਮਰਦਾਨੇ ਨੂੰ ਕਿਹਾ ਚੜ੍ਹ ਜਾ ਕਿੱਕਰ ਤੇ ਕਿੱਕਰ ਤੇ ਚੜਾ ਕੇ ਸਤਿਗੁਰਾਂ ਨੇ ਮਠਿਆਈ ਝਾੜ ਕੇ ਸੰਗਤ ਨੂੰ ਛਕਾਈ। ਸੋ ਐਸੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਪਰਉਪਕਾਰ, ਜਿਨ੍ਹਾਂ ਦੇ ਕੌਤਕ ਇੰਨੇ ਬੇਅੰਤ ਹੈ, ਕਥੇ ਹੀ ਨਹੀਂ ਜਾ ਸਕਦੇ। ਸੋ ਐਸੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਸਰਦਾ ਭਾਵਨਾ ਦੇ ਨਾਲ ਸਰਵਣ ਕਰੀਏ, ਕਿਉਂਕਿ ਗੁਰਾਂ ਦੇ ਇਤਿਹਾਸ ਨੇ ਪੱਥਰਾਂ ਨੂੰ ਤਾਰ ਦਿੱਤਾ, ਤੇ ਮਨੁੱਖ ਪੱਥਰਾਂ ਤੋਂ ਵੀ ਭਾਵੇਂ ਕੌੜੇ ਹਿਰਦੇ ਵਾਲਾ, ਭਾਰੇ ਹਿਰਦੇ ਵਾਲਾ, ਕਰੜੇ ਹਿਰਦੇ ਵਾਲਾ ਕਿਉਂ ਨਾ ਹੋਵੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਨੂੰ, ਗੁਰੂ ਕੀ ਬਾਣੀ ਨੂੰ ਹਿਰਦੇ ਵਿੱਚ ਵਸਾ ਲਓ, ਤੇ ਇਸ ਦਾ ਵੀ ਭਲਾ ਹੋ ਜਾਵੇਗਾ। ਇਸ ਵਾਸਤੇ ਇਹ ਮਨੁੱਖਾ ਦੇਹੀ ਮਿਲੀ ਹੈ, ਇਹ ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ। ਆ ਜਿਹੜੀ ਸੰਗਤ ਵਿੱਚ ਬੈਠੇ ਹੋ ਨਾ, ਇਹੀ ਕਰਨ ਵਾਸਤੇ ਗੁਰਾਂ ਨੇ ਹੁਕਮ ਕੀਤਾ ਹੈ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਨਾਮ ਸਿਮਰਨ ਭਜਨ, ਇਹ ਇੱਥੋਂ ਸ਼ੁਰੂਆਤ ਹੁੰਦੀ ਹੈ ਗੁਰੂ ਕੀ ਸੰਗਤ ਵਿੱਚੋਂ। ਸੋਹਣਾ ਸਮਾਂ ਪ੍ਰਾਪਤ ਹੋਇਆ ਹੈ ਸਰਦਾ ਭਾਵਨਾ ਦੇ ਨਾਲ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤਮਈ ਕੌਤਕਾਂ ਨੂੰ ਸਰਵਣ ਕਰੀਏ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਦੋਹਰਾ ਸ਼ਹਿਜ਼ਾਦੇ ਕਰ ਬੰਦ ਕੈ, ਪੁਨ ਬੂਝੇ ਜਗਤੇਸ਼। ਭਾਈ ਮਰਦਾਨੇ ਸਾਹਿਬ ਦੇ ਸਪੁੱਤਰ ਭਾਈ ਸ਼ਹਿਜ਼ਾਦੇ ਨੂੰ ਗਰੀਬ ਨਵਾਜ ਪਾਤਸ਼ਾਹ ਮਹਾਰਾਜ, ਸੋ ਸਾਧ ਸੰਗਤ ਜੀ, ਖੁਰਮੇ ਨਗਰ, ਜਿੱਥੇ ਭਾਈ ਮਰਦਾਨੇ ਸਾਹਿਬ ਨੇ ਸਰੀਰ ਤਿਆਗ ਗਿਆ ਸੀਗਾ, ਔਰ ਸਤਿਗੁਰਾਂ ਨੇ ਆਪਣੇ ਹੱਥੀਂ ਬਾਬੇ ਬਾਲੇ ਜੀ ਦੇ ਸਹਿਤ ਭਾਈ ਮਰਦਾਨੇ ਸਾਹਿਬ ਦੀ ਅੰਤਮ ਕਿਰਿਆ ਸਰੀਰ ਦੀ ਸਾਰੀ ਕੀਤੀ ਸੀ, ਉੱਥੇ ਜਾ ਕੇ ਬਿਠਾਇਆ ਹੈ ਤੇ ਨਮਸਕਾਰ ਕੀਤੀ ਸ਼ਹਿਜ਼ਾਦੇ ਨੇ ਆਪਣੇ ਪਿਤਾ ਦੇ ਅਸਥਾਨ ਨੂੰ। ਉਪਰੰਤ ਸਤਿਗੁਰਾਂ ਨੂੰ ਬੇਨਤੀ ਕਰਨ ਲੱਗਾ, ਹਮਰਾ ਕੋ ਅਵਲੰਬ ਹਵੈ, ਤੁਮ ਗਵਨਹੁ ਪਰਦੇਸ਼। ਇਹ ਸੱਚੇ ਪਾਤਸ਼ਾਹ ਮਹਾਰਾਜ, ਮੇਰੇ ਵਾਸਤੇ ਤਾਂ ਪਰਦੇਸ਼ ਹੈ, ਮੇਰਾ ਆਪਣਾ ਕਹਿਣ ਨੂੰ ਤਾਂ ਕੋਈ ਹੈ ਨਹੀਂ। ਤੁਸੀਂ ਇੱਥੋਂ ਛੱਡ ਕੇ ਮੈਨੂੰ ਹੋਰ ਅੱਗੇ ਪਰਦੇਸ਼ ਵਿੱਚ ਚਲ ਜਾਣਾ ਹੈ, ਤੇ ਗਰੀਬ ਨਵਾਜ ਜੀ ਮੈਂ ਕਿਹਦੇ ਆਸਰੇ ਤੇ ਇੱਥੇ ਰਹਾਂਗਾ। ਛਾਉ ਪਏ ਸ਼ੇਰ ਗੁਰ ਭਨਿਓ, ਨਿਕੇਤ ਤੁਮਾਰੇ। ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ ਸ਼ਹਿਜ਼ਾਦੇ ਨੂੰ, ਕੀ ਕਹਿੰਦੇ ਹਨ? ਸਰਬ ਪਦਾਰਥ ਹੋਏ ਸੁਖਾਰੇ। ਇਹ ਸ਼ਹਿਜ਼ਾਦਾ, ਕਿਸੇ ਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਹੁੰਦੀ ਹੈ, ਕਿਸੇ ਦੇ ਕਮੀ ਕੋਈ ਹੁੰਦੀ ਹੈ, ਤੇਰੇ ਘਰ ਦੇ ਵਿੱਚ 4 ਪਦਾਰਥ ਦੇ ਨਾਲ ਪਰਿਪੂਰਨ ਵਸਤੂਆਂ ਰਹਿਣਗੀਆਂ, ਕੋਈ ਕਮੀ ਨਹੀਂ ਆਵੇਗੀ। ਪ੍ਰਾਣ ਕੇ ਬਚਈਆ, ਦੂਧ ਪੂਤ ਕੇ ਦਿਵਈਆ, ਰੋਗ ਸੋਗ ਕੇ ਮਟਈਆ, ਕਿਦੋਂ ਮਾਨੀ ਮਹਾਮਾਨ ਹੋ। ਦੁੱਧਾਂ ਪੁੱਤਰਾਂ ਦੀਆਂ ਨਇਆਂ ਵਗਣਗੀਆਂ ਤੇਰੇ ਘਰ ਦੇ ਵਿੱਚ, ਧਨ ਦੌਲਤ ਦੇ ਭੰਡਾਰ ਭਰੇ ਰਹਿਣਗੇ, ਸਾਰੇ ਸਭ ਪ੍ਰਕਾਰ ਦੇ ਸੁੱਖ ਤੈਨੂੰ ਪ੍ਰਾਪਤ ਹੋਣਗੇ, ਤੂੰ ਚਿੰਤਾ ਨਹੀਂ ਕਰਨੀ ਹੈ। ਵੰਸ਼ ਬਿਰਧ ਹੋਵੈ ਗੋ ਤੁਮਰਾ। ਔਰ ਤੇਰੇ ਵੰਸ਼ ਦੇ ਵਿੱਚ ਵੀ ਵਾਧਾ ਹੋਵੇਗਾ। ਕਈਆਂ ਦੇ ਘਰ ਦੀ ਐਸੀ ਪਰੰਪਰਾ ਹੁੰਦੀ ਹੈ, ਇੱਕ ਬੱਚਾ ਹੀ ਅੱਗੇ ਹੁੰਦਾ ਹੈਗਾ, ਕਈਆਂ ਦੇ ਬੱਚਾ ਛੋਟਾ ਹੀ ਹੁੰਦਾ ਤੇ ਪਿਤਾ ਦੀ ਮੌਤ ਹੋ ਜਾਂਦੀ, ਉਹ ਪੀੜ੍ਹੀਆਂ ਦਾ ਅੱਗੇ ਵੀ ਐਵੇਂ ਹਿਸਾਬ। ਮਹਾਰਾਜ ਕਹਿਣ ਲੱਗੇ ਤੇਰੇ ਐ ਨਹੀਂ ਹੋਵੇਗਾ, ਬਹੁਤ ਜ਼ਿਆਦਾ ਪਰਿਵਾਰ ਤੇਰਾ ਵੱਡਾ ਹੋਵੇਗਾ। ਮਾਨਹੁ ਸਾਚ ਬਚਨ ਇਉ ਹਮਰਾ। ਗਰੀਬ ਨਵਾਜ ਕਹਿਣ ਲੱਗੇ ਸ਼ਹਿਜ਼ਾਦੇ ਪੁੱਤਰ, ਅਸੀਂ ਤੈਨੂੰ ਸੱਚ ਬਚਨ ਕਹਿ ਰਹੇ ਹਾਂ, ਸਾਡੇ ਸੱਚੇ ਬਚਨ ਨੂੰ ਸੱਚ ਕਰਕੇ ਹੀ ਤੂੰ ਮੰਨੀ। ਚਿੰਤ ਕਰਾਓ ਜਬ ਹੈ ਮਨ ਮਾਹੇ। ਜਦੋਂ ਵੀ ਤੇਰੇ ਮਨ ਵਿੱਚ ਕੋਈ ਕਿਸੇ ਪ੍ਰਕਾਰ ਦਾ ਫੁਰਨਾ ਆਵੇ, ਕੋਈ ਫਿਕਰ, ਕੋਈ ਚਿੰਤਾ ਹੋ ਜਾਵੇ, ਆਵੈ ਨਿਕਟ ਦੇਰ ਕੁਛ ਨਾਹੇ। ਤੇ ਤੂੰ ਨਾ ਸਾਨੂੰ ਯਾਦ ਕਰੀ, ਅਸੀਂ ਉਸੇ ਛਿਨ ਝਟਪਟ ਅੱਖ ਝਮਕਦਿਆਂ ਸਾਰ ਤੇਰੇ ਪਾਸ ਪਹੁੰਚਾਂਗੇ, ਦੇਰੀ ਨਹੀਂ ਕਰਾਂਗੇ ਜਦ ਵੀ ਤੂੰ ਯਾਦ ਕਰੇਗਾ। ਇਸ ਵੇਦ ਕਰਹੁ ਸਤ ਪਰਤੀਤਾ। ਇਹ ਸੱਚਾ ਵਚਨ ਹੈ ਸਾਡਾ ਸ਼ਹਿਜ਼ਾਦੇ, ਸਾਡੇ ਬਚਨ ਦੇ ਉੱਤੇ ਪੂਰਨ ਭਰੋਸਾ ਰੱਖ। ਡੋਲਹੁ ਨਹੀਂ ਰਾਗ ਥਿਰ ਚਿਤਾ। ਗਰੀਬ ਨਵਾਜ ਕਹਿਣ ਲੱਗੇ ਆਪਣੇ ਮਨ ਨੂੰ ਡਲਾ ਨਾ, ਮਨ ਨੂੰ ਭਾਈ ਅਸਥਿਰ ਰੱਖ
ਤੇ ਇਹ ਮਨ ਜਿਹੜਾ ਹੈ ਨਾ, ਇਹਦੀ ਪਰਪੱਕਤਾ ਦੇ ਨਾਲ ਤੂੰ ਰਹਿ, ਅਸੀਂ ਹਰ ਵੇਲੇ ਤੇਰੇ ਅੰਗ ਸੰਗ ਰਹਾਂਗੇ। ਸ਼ਹਿਜਾਦੇ ਤਬ ਜੋਰੇ ਹਾਥਾ। ਇਹ ਬਚਨ ਸੱਚੇ ਪਾਤਸ਼ਾਹ ਮਹਾਰਾਜ ਦੇ ਸੁਣੇ ਸ਼ਹਿਜ਼ਾਦੇ ਨੇ, ਭਾਈ ਮਰਦਾਨਾ ਸਾਹਿਬ ਜੀ ਦੇ ਪੁੱਤਰ ਨੇ, ਦੋਨੋਂ ਹੱਥ ਜੋੜੇ। ਕਹੈ ਪ੍ਰਤੀਤ ਮੁਝੈ ਪ੍ਰਭੂ ਨਾਥਾ। ਕਹਿਣ ਲੱਗਾ ਸੱਚੇ ਪਾਤਸ਼ਾਹ ਐਉਂ ਨਹੀਂ ਹੈ ਕਿ ਮੈਨੂੰ ਭਰੋਸਾ ਨਹੀਂ, ਮੈਨੂੰ ਪੂਰਨ ਭਰੋਸਾ ਹੈ ਆਪ ਜੀ ਦੇ ਬਚਨਾਂ ਤੇ, ਆਪ ਜੀ ਦੇ ਚਰਨਾਂ ਤੇ, ਆਪ ਜੀ ਦੇ ਕੌਤਕਾਂ ਤੇ। ਤਬ ਸ਼ੇਰੇ ਗੁਰ ਮੰਜੇ ਤਹ ਦੇਨੇ। ਤਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਹੈ, ਉਹ ਭਾਈ ਸ਼ਹਿਜ਼ਾਦੇ ਨੂੰ ਗੁਰਸਿੱਖੀ ਦੇ ਪ੍ਰਚਾਰ ਵਾਸਤੇ ਖੁਰਮੇ ਦੇ ਸਾਰੇ ਇਲਾਕੇ ਦੀ ਮੰਜੀ ਬਖਸ਼ਿਸ਼ ਕੀਤੀ। ਆਪ ਚਲਨ ਕੇ ਮਨਸ਼ਾ ਕੀਨੇ। ਅਤੇ ਆਪ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਚੱਲਣ ਵਾਸਤੇ ਤਿਆਰ ਹੋਏ ਹੈ। ਸ਼ਹਿਜ਼ਾਦਾ ਨਿਜ ਸਾਧਨ ਸਿਧਾਰਾ। ਔਰ ਸ਼ਹਿਜ਼ਾਦਾ ਜਿਹੜਾ ਹੈ, ਜਿੱਥੇ ਸਤਿਗੁਰਾਂ ਨੇ ਕਿਰਪਾ ਕੀਤੀ ਸੀ, ਮਕਾਨ ਸੋਹਣੇ ਬਖਸ਼ਿਸ਼ ਕੀਤੇ ਹੈ, ਉਹਨਾਂ ਮਕਾਨਾਂ ਵਿੱਚ ਚਲਾ ਗਿਆ, ਮਹਿਲਾਂ ਵਿੱਚ। ਲੈਨ ਹੇਤ ਸਰਬ ਪਰਵਾਰਾ। ਇਹ ਪਰਿਵਾਰ ਲਿਆਉਣ ਨੂੰ ਵਾਪਸ ਗਿਆ ਹੈ, ਰਾਏ ਭੋਜ ਦੀ ਤਲਵੰਡੀ। ਤਬ ਕੋ ਬਸਿਓ ਜਾਏ ਤਹ ਥਾਨਾ। ਸਾਰਾ ਪਰਿਵਾਰ ਲਿਜਾ ਕੇ ਤਲਵੰਡੀ ਤੋਂ ਤੇ ਖੁਰਬੇ ਨਗਰ ਦੇ ਵਿੱਚ ਸੰਗਤ ਜੀ ਇਹ ਰਹਿਣ ਲੱਗਾ। ਵਧੇ ਮਨਤਾ ਬੰਸ ਮਹਾਨਾ। ਬੰਸ ਵੀ ਵਧਿਆ ਹੈ ਅੱਗੇ, ਤੇ ਇਹਦੀ ਮੰਨਤ ਵੀ ਵਧੀ ਹੈ, ਲੋਕ ਬਹੁਤ ਇਸ ਨੂੰ ਪੂਜਦੇ ਮੰਨਦੇ ਹਨ। ਏਤ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਮਰਦਾਨਾ ਮਰਨ ਸ਼ਹਿਜ਼ਾਦੇ ਕੋ ਪ੍ਰਸੰਗ ਵਰਣਨੰ ਨਾਮ 35ਵਾਂ ਅਧਿਆਇ। ਸੋ ਸੰਗਤ ਜੀ 35ਵਾਂ ਅਧਿਆਇ ਇੱਥੇ ਸਮਾਪਤ ਹੋ ਰਿਹਾ ਹੈ। ਇਸ ਅਧਿਆਇ ਦੇ ਵਿੱਚ ਭਾਈ ਮਰਦਾਨੇ ਜੀ ਦਾ ਸਰੀਰ ਤਿਆਗਣਾ, ਸੱਜਣ ਠੱਗ ਨੂੰ ਉਤਾਰਨਾ ਤੇ ਮਰਦਾਨੇ ਜੀ ਦੇ ਸਪੁੱਤਰ ਨੂੰ ਮੰਜੀ ਬਖਸ਼ਣੀ, ਇਹ ਖੁਰਮੇ ਦੇ ਇਲਾਕੇ ਦੀ ਨਗਰ ਦੀ, ਇਹ ਸਾਰਾ ਪ੍ਰਸੰਗ ਆਇਆ ਸੀਗਾ ਔਰ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਦੋਹਰਾ ਸ਼੍ਰੀ ਗੁਰ ਪਗ ਕੋ ਸਿਮਰ ਉਰ ਰੋਜ ਖੋਜ ਨਿਜ ਰੂਪ। ਅੱਗੇ 36ਵਾਂ ਅਧਿਆਇ ਸੰਗਤ ਜੀ ਆਰੰਭ ਹੋ ਰਿਹਾ ਹੈ। ਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਮੰਗਲ ਮਹਾਕਵੀ ਭਾਈ ਸੰਤੋਖ ਸਿੰਘ ਜੀ ਕਰ ਰਹੇ। ਇਸ ਗ੍ਰੰਥ ਦੇ ਕਰਤਾ ਕਹਿੰਦੇ ਹੈ, ਗੁਰਾਂ ਦੇ ਚਰਨਾਂ ਨੂੰ ਰੋਜ਼ ਮੰਨਣਾ ਕਰ, ਰੋਜ਼ ਪੂਜਣਾ ਕਰ। ਗੁਰੂ ਕੇ ਚਰਨ ਕੀ ਹਨ, ਗੁਰੂ ਕੀ ਬਖਸ਼ਿਸ਼ ਕੀਤੀ ਹੋਈ, ਉਚਾਰਨ ਕੀਤੀ ਹੋਈ ਬਾਣੀ, ਇਹ ਬਾਣੀ ਗੁਰੂ ਕੇ ਚਰਨ ਹਨ। ਗੁਰੂ ਕੀ ਬਾਣੀ ਸਰੂਪ ਗੁਰੂ ਕੇ ਚਰਨਾਂ ਦੇ ਦਰਸ਼ਨ ਕਰਿਆ ਕਰ, ਪੜ੍ਹਨਾ ਕਰਿਆ ਕਰ। ਪਾਏ ਸਹਿਜ ਸੁਖ ਕੋ ਤਬ ਉਦਰ ਅੰਧੇਰੇ ਕੋਪ। ਭਾਈ ਸਾਹਿਬ, ਗੁਰਾਂ ਦੇ ਬਾਣੀ ਪੜ੍ਹਨ ਦੇ ਨਾਲ ਪ੍ਰਾਪਤੀ ਕੀ ਹੋਵੇਗੀ? ਕਹਿੰਦੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਵੇਗਾ। ਅਗਿਆਨਤਾ ਦੇ ਅੰਨੇ ਸਮੁੰਦਰ ਵਿੱਚ ਡੁੱਬਦਾ ਜਾਂਦਾ ਹੈ। ਗੁਰੂ ਕੇ ਚਰਨਾਂ, ਗੁਰੂ ਕੀ ਬਾਣੀ ਸਰੂਪ ਚਰਨਾਂ ਦਾ ਚਾਨਣ ਤੈਨੂੰ ਪ੍ਰਾਪਤ ਹੋ ਜਾਵੇਗਾ। ਅਗਿਆਨਤਾ ਦੇ ਅੰਧੇਰੇ ਸਮੁੰਦਰ ਤੋਂ ਤੂੰ ਸਹਿਜੇ ਹੀ ਪਾਰ ਹੋ ਜਾਵੇਂਗਾ। ਸ਼੍ਰੀ ਬਾਲਾ ਸੰਧੂਰ ਵਾਚ। ਬਾਬਾ ਬਾਲਾ ਸਾਹਿਬ ਜੀ ਜੋ ਸੰਧੂ ਗੋਤ ਦੇ ਜੱਟ ਹਨ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਾਰੀ ਕਥਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਖਡੂਰ ਸਾਹਿਬ ਦੀ ਪਾਵਨ ਧਰਤੀ ਨਗਰੀ ਦੇ ਵਿੱਚ ਸਰਵਣ ਕਰਵਾ ਰਹੇ ਹਨ। ਚਾਉ ਪਏ ਸ਼੍ਰੀ ਅੰਗਦ ਸੁਨ ਕਥਾ ਰਸਾਲਾ। ਇਹ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਇਹ ਜਿਹੜੀ ਕਥਾ ਹੈ ਨਾ ਸ੍ਰੀ ਗੁਰੂ ਨਾਨਕ ਸਾਹਿਬ ਗਰੀਬ ਨਿਵਾਜ ਜੀ ਦੀ, ਇਹ ਸਾਰੇ ਰਸਾਂ ਦੇ ਨਾਲ ਪਰਿਪੂਰਨ ਹੈ। ਗਏ ਕੰਧਾਰ ਮਝਾਰ ਕਿਰਪਾਲਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਦੇ ਖਜ਼ਾਨੇ ਸੋ ਸ਼ਹਿਜ਼ਾਦੇ ਨੂੰ ਛੱਡ ਕੇ ਖੁਰਮੇ ਆਪ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਕੰਧਾਰ ਸ਼ਹਿਰ ਪਹੁੰਚ ਗਏ। ਯਾਰ ਵਲੇ ਇੱਕ ਮੁਗਲ ਰਹੰਤਾ। ਉੱਥੇ ਦਾ ਇੱਕ ਮੁਗਲ ਰਹਿੰਦਾ ਸੀ, ਉਹਦਾ ਨਾਮ ਵਲੀ ਯਾਰ ਸੀਗਾ। ਤਹਿ ਸੋ ਕੇਨ ਮਿਲਨ ਭਗਵੰਤਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਹੈ ਵਲੀ ਯਾਰ ਨੂੰ ਤਾਰਨਾ,
ਇਸ ਵਾਸਤੇ ਵਲੀ ਯਾਰ ਦੇ ਨਾਲ ਮਿਲਾਪ ਹੋਇਆ। ਬੂਝਨ ਹਿਤ ਤਿਹ ਬਚਨ ਉਚਾਰਾ, ਤੇ ਪੁੱਛਣ ਵਾਸਤੇ ਬਾਚਨ ਹੋਇਆ। ਗੁਫਤ ਆਪਨੋ ਨਾਮ ਚੇਦਾਰਾ, ਕਹਿਣ ਲੱਗਾ ਤੁਹਾਡਾ ਨਾਮ ਕੀ ਹੈ? ਮਾ ਨਾਮ ਨਾਨਕ ਨਿਰੰਕਾਰੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਰੱਬ ਦੇ ਬੰਦਿਆ, ਮੈਨੂੰ ਦੁਨੀਆ ਵਾਲੇ ਜਿਹੜੇ ਐ ਨਾਨਕ ਨਾਮ ਕਰਕੇ ਮੈਨੂੰ ਜਾਣਦੇ ਆ, ਮਤ ਸਾਡਾ ਨਿਰੰਕਾਰੀ ਮਤ ਹੈ। ਕਹੈ ਮਾਇਨਾ ਕਰੋ ਉਚਾਰੇ, ਤੇ ਉਹ ਮੁਗਲ ਕਹਿਣ ਲੱਗਾ, ਕਹਿੰਦਾ ਮਹਾਰਾਜ ਇਹਦਾ ਮਤਲਬ ਕੀ ਹੈ, ਕਿਰਪਾ ਕਰਕੇ ਦੱਸੋ। ਬੰਦਾ ਹਉ ਖੁਦਾਇ ਕਾ ਜਾਨਹੁ, ਗਰੀਬ ਨਵਾਜ ਕਹਿਣ ਲੱਗੇ ਮੇਰੇ ਨਾਮ ਦਾ ਮਤਲਬ ਇਹ ਹੈ ਵੀ ਮੈਂ ਖੁਦਾ ਦਾ ਗੁਲਾਮ ਹਾਂ, ਉਹਦਾ ਬੰਦਾ ਹਾਂ, ਗੁਲਾਮ ਹਾਂ, ਨਿਰੰਕਾਰ ਦਾ, ਕਰਤੇ ਦਾ, ਰੱਬ ਦਾ। ਪੁਨ ਬੂਝਤ ਨਿਜ ਪੀਰ ਬਖਾਨਹੁ, ਹਾਂਜੀ। ਪੁਨ ਬੂਝਤ ਨਿਜ ਪੀਰ ਫਿਰ ਬਖਾਨਹੁ, ਕਹਿਣ ਲੱਗਾ ਵੀ ਤੁਸੀਂ ਕਿਸੇ ਨੂੰ ਆਪਣਾ ਗੁਰੂ ਪੀਰ ਵੀ ਧਾਰਨ ਕੀਤਾ, ਜੇ ਕੀਤਾ ਹੋਇਆ ਤੇ ਉਹਦੇ ਬਾਰੇ ਦੇ ਵਿੱਚ ਮੈਨੂੰ ਦੱਸੋ। ਯਕ ਖੁਦਾਇ ਹੈ ਦਿਗਰ ਨਾ ਕੋਏ, ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮੇਰਾ ਪੀਰ ਇੱਕੋ ਹੀ ਹੈ ਖੁਦਾ, ਉਸ ਤੋਂ ਬਿਨਾ ਮੇਰਾ ਦੂਸਰਾ ਕੋਈ ਪੀਰ ਨਹੀਂ ਹੈ। ਜਗਤ ਮੁਰੀਦ ਪੀਰ ਬਾੜ ਸੋਏ, ਉਹ ਐਸਾ ਪੀਰ ਜਿਹਦੀ ਸਾਰੀ ਦੁਨੀਆ ਹੀ ਮਰੀਦ ਹੈ, ਤਿੰਨਾਂ ਲੋਕਾਂ ਦੇ ਵਿੱਚ ਵਸਣ ਵਾਲੇ, ਜੀਵ 84 ਲੱਖ ਜੂਨ ਭੋਗਣ ਵਾਲੇ, ਸਾਰੇ ਉਸ ਅੱਲਾਹ ਤਾਲਾ ਨੂੰ, ਖੁਦਾ ਨੂੰ ਆਪਣਾ ਪੀਰ ਮੰਨਦੇ, ਮੇਰਾ ਉਹ ਪੀਰ ਹੈ। ਬਾਚਨ ਸੁਨਤ ਭਾ ਦੇਖ ਨਿਹਾਲਾ, ਜਿਸ ਵੇਲੇ ਬਚਨ ਸੱਚੇ ਪਾਤਸ਼ਾਹ ਮਹਾਰਾਜ ਦੇ ਯਾਰ ਅਲੀ ਨੇ ਸੁਣੇ, ਦਰਸ਼ਨ ਕੀਤੇ, ਮਨ ਨਿਹਾਲ ਨਿਹਾਲ ਹੋ ਗਿਆ। ਧਰਿਓ ਚਰਨ ਪੁਰ ਸਿਰ ਤਤਕਾਲਾ, ਉਹ ਭਾਗਾਂ ਵਾਲਾ ਵਲੀ ਸਾਹਿਬ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ, ਨਮਸਕਾਰ ਕੀਤੀ, ਸਿਰ ਸਤਿਗੁਰਾਂ ਦੇ ਚਰਨਾਂ ਤੇ ਰੱਖ ਕੇ। ਤੁਮ ਖੁਦਾਏ ਹੋ ਧਰਿਓ ਸਰੀਰਾ, ਕਹਿਣ ਲੱਗਾ ਜੀ ਮੈਂ ਅੱਖਾਂ ਵਿੱਚ ਦੀ ਦੇਖ ਰਿਹਾ ਤੁਹਾਨੂੰ, ਤੁਸੀਂ ਆਮ ਮਨੁੱਖਾਂ ਵਰਗੇ ਮਨੁੱਖ ਨਹੀਂ ਹੋ, ਤੁਸੀਂ ਖੁਦਾ ਹੋ, ਤੇ ਜੀਵਾਂ ਨੂੰ ਤਾਰਨ ਵਾਸਤੇ ਤੁਸੀਂ ਮਨੁੱਖਾ ਸਰੂਪ ਧਾਰਨ ਕਰਕੇ ਮਾਤ ਲੋਕ ਤੇ ਆਏ ਹੋ। ਪੰਜਾ ਹੋ ਜਨਮ ਮਰਨ ਕੇ ਪੀਰਾ, ਐਸੇ ਸ਼ਕਤੀਵਾਨ ਹੋ ਮਹਾਰਾਜ, ਇਹ ਜੰਮਣ ਤੇ ਮਰਨ ਦਾ ਵੱਡਾ ਭਾਰੀ ਦੁੱਖ ਹੈ। ਜਨਮ ਲੱਗਿਆਂ ਵੀ ਪਹਿਲਾਂ ਮਾਤਾ ਦੇ ਉਦਰ ਦੇ ਵਿੱਚ ਜੀਵ ਜਿਹੜਾ ਉਲਟਾ ਲਟਕਦਾ, ਪੁੱਠਾ ਲਟਕਦਾ, ਸਿਮਰਨ ਕਰਦਾ ਵੀ ਇਸ ਨਰਕ ਵਿੱਚੋਂ ਮੈਨੂੰ ਕੱਢੋ। ਫਿਰ ਕਿੰਨੇ ਜੀਵਨ ਵਿੱਚ ਨਰਕ ਭੋਗਣੇ ਪੈਂਦੇ ਹੈ, ਅਨੇਕਾਂ ਪ੍ਰਕਾਰ ਦੇ ਦੁੱਖ ਸੁੱਖ ਭੋਗਦਾ ਹੈ ਜੀਵਨ ਦੇ। ਮਰਨ ਲੱਗਿਆਂ ਬਹੁਤ ਭਾਰੀ ਇਸ ਨੂੰ ਦੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਜਿੰਦ ਨਿਮਾਣੀ ਕੱਢੀਏ ਹੱਡਾਂ ਕੋ ਕੜਕਾਏ, ਜਿੰਦ ਵਹੁਟੀ ਵਰਨ ਮਰ ਲੈ ਜਾਸੀ ਪਰਨਾਏ, ਇਹ ਹਾਲਤ ਹੁੰਦੀ ਹੈ। ਜਿਵੇਂ ਗੰਨਾ ਪੀੜੀ ਦਾ ਵੇਲਣੇ ਵਿੱਚ ਦੀ, ਐਵੇਂ ਹੱਡੀਆਂ ਟੁੱਟਦੀਆਂ ਜਦ ਮਨੁੱਖ ਦੇ ਸਰੀਰ ਵਿੱਚੋਂ ਇਹਦੀ ਜਾਨ ਨਿਕਲਦੀ ਹੈ। ਮਹਾਰਾਜ ਇਹ ਵੱਡਾ ਭਾਰੀ ਦੁੱਖ ਹੈ, ਇਹ ਦੁੱਖ ਵਿੱਚੋਂ ਕਿਵੇਂ ਛੁਟਕਾਰਾ ਪਾਇਆ ਜਾਵੇ ਕਿ ਤੁਸੀਂ ਮੇਰੇ ਉੱਪਰ ਕਿਰਪਾ ਕਰੋ। ਮੈਂ ਜਾਨੋ ਨਿਜ ਪੀਰ ਬਿਸਾਲਾ, ਇਹ ਮਹਾਰਾਜ ਮੈਂ ਤੁਹਾਨੂੰ ਆਪਣਾ ਪੀਰ ਮੰਨਿਆ ਦਿਲ ਤੋਂ। ਤੁਮਰੋ ਭਾ ਮੁਰੀਦ ਇਹ ਕਾਲਾ, ਤੇ ਹੁਣ ਮਹਾਰਾਜ ਇਸੇ ਸਮੇਂ ਤੋਂ ਮੈਂ ਤੁਹਾਡਾ ਮਰੀਦ ਹੋ ਗਿਆ, ਤੁਹਾਡਾ ਸੇਵਕ ਹੋ ਗਿਆ। ਬੂਝਿਓ ਗੁਰੂ ਨਾਮ ਕੋ ਤੇਰਾ, ਗਰੀਬ ਨਵਾਜ ਪੁੱਛਣ ਲੱਗੇ ਭਾਈ ਤੇਰਾ ਨਾਮ ਕੀ ਹੈ? ਕਿਉ ਮੁਰੀਦ ਹੋਵਤ ਹੈ ਮੇਰਾ, ਤੇ ਸਾਡਾ ਮਰੀਦ ਕਿਉਂ ਤੂੰ ਬਣਨਾ ਚਾਹੁੰਦਾ, ਸਾਡਾ ਚੇਲਾ ਕਿਉਂ ਬਣਨਾ ਚਾਹੁੰਦਾ ਹੈ? ਯਾਰ ਵਲੇ ਜਾਨ ਹੋ ਮਮ ਨਾਮੋ, ਕਹਿਣ ਲੱਗਾ ਹੈ ਸੱਚੇ ਪਾਤਸ਼ਾਹ ਮਹਾਰਾਜ ਮੇਰਾ ਨਾਮ ਹੈ ਯਾਰ ਵਲੀ। ਬਨ ਮੁਰੀਦ ਮੁਕਤ ਕੇ ਕਾਮੋ, ਤੁਸੀਂ ਕਿਹਾ ਹੈ ਵੀ ਚੇਲਾ ਕਿਉਂ ਬਣਨਾ ਚਾਹੁੰਦਾ ਹੈ? ਮਹਾਰਾਜ ਜੰਮਣ ਮਰਨ ਦਾ ਬੜਾ ਭਾਰੀ ਦੁੱਖ ਹੈ ਤੇ ਮੈਂ ਦੁੱਖ ਵਿੱਚੋਂ ਮੁਕਤੀ ਚਾਹੁੰਦਾ ਹਾਂ, ਨਾ ਮੈਂ ਦੁਬਾਰਾ ਜਨਮ ਲਵਾਂ, ਤੇ ਆ ਜਿਹੜਾ ਲਿਆ ਹੋਇਆ ਇਹ ਮਰਨ ਲੱਗਿਆ ਮੈਨੂੰ ਮਰਨ ਕਾਲ ਤੇ ਕੋਈ ਤਕਲੀਫ ਨਾ ਹੋਵੇ। ਜਿਵੇਂ ਹਾਥੀ ਆਪਣੇ ਗਲ ਵਿੱਚੋਂ ਫੁੱਲਾਂ ਦਾ ਹਾਰ ਤੋੜ ਕੇ ਵਗਾਹ ਮਾਰਦਾ ਹੈ, ਇਸ ਤਰ੍ਹਾਂ ਸੱਚੇ ਪਾਤਸ਼ਾਹ ਮੇਰੀ ਆਤਮਾ ਤੇ ਸਰੀਰ ਦਾ ਵਿਛੋੜਾ ਪੈ ਜਾਵੇ, ਮੈਨੂੰ ਦੁੱਖ ਨਾ ਭੋਗਣਾ ਪਵੇ। ਮਹਾਰਾਜ ਮੈਂ ਮੁਕਤੀ ਲੈਣ ਵਾਸਤੇ ਤੁਹਾਡਾ ਸੇਵਕ ਬਣਨਾ ਚਾਹੁੰਦਾ ਹਾਂ ਜੀ। ਕਹਿ ਕੇ ਸ਼ਰਧਾ ਦੇਖ ਬਿਸਾਲਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਵਲੀ ਯਾਰ ਦੀ ਸਰਧਾ ਨੂੰ ਦੇਖਿਆ। ਉਪਦੇਸ਼ਿਓ ਕਰ ਦੀਨ ਨਿਹਾਲਾ, ਤੇ ਦੀਨਾਂ ਦੇ ਦਇਆ ਕਰਨ ਵਾਲੇ ਸਤਿਗੁਰਾਂ ਨੇ
ਦੀਨਾਂ ਦੇ ਨੂੰ ਨਿਹਾਲ ਕਰਨ ਵਾਲੇ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਬਲੀਜਾਰ ਨੂੰ। ਏਕ ਨਿਸਾ ਬਸ ਕੈ ਤਿਹ ਸਦਨਾ। ਇਸ ਤਰ੍ਹਾਂ ਗਰੀਬ ਨਵਾਜ ਇੱਕ ਰਾਤ ਕੰਧਾਰ ਬਲੀਜਾਰ ਦੇ ਘਰੇ ਰਹੇ। ਚਲਨ ਤਿਆਰ ਪੇ ਪੰਕਜ ਬਦਨਾ। ਤੇ ਅਗਲੇ ਦਿਨ ਸੱਚੇ ਪਾਤਸ਼ਾਹ ਮਹਾਰਾਜ ਚੱਲਣ ਵਾਸਤੇ ਤਿਆਰ ਹੋਏ ਹਨ। ਯਾਰ ਵਲੀ ਬੰਦੈ ਸਿਰ ਨਿਆਏ। ਤੇ ਯਾਰ ਵਲੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ, ਨਮਸਕਾਰ ਕੀਤੇ। ਭਏ ਮਸਤ ਮਤ ਨਾਮ ਖੁਦਾਏ। ਜਦ ਹਜੂਰ ਦੇ ਚਰਨ ਪਰਸੇ ਮਤ ਮਸਤਾਨੀ ਹੋ ਗਈ। ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਰਪਾ ਕਰਦੇ ਹੈ, ਕਹਿੰਦੇ ਗੁਰਮੁਖਾਂ ਦੀ ਅਵਸਥਾ ਉੱਥੇ ਜਾ ਕੇ ਫਿਰ ਇਹੀ ਜੀ ਹੋ ਜਾਂਦੀ ਹੈ। ਕੋਈ ਤੇ ਰੋਣ ਲੱਗ ਪੈਂਦੇ ਉਹਦੇ ਵਿਛੋੜੇ ਦੇ ਵਿੱਚ, ਕਈ ਉਹਦੇ ਮਿਲਾਪ ਦੇ ਵਿੱਚ ਹੱਸਣ ਲੱਗ ਪੈਂਦੇ ਹੈ। ਤੇ ਵੇਖਣ ਵਾਲੇ ਸੰਸਾਰੀ ਲੋਕ ਜਿਹੜੇ ਕਹਿੰਦੇ ਲੈ ਕਮਲਾ ਹੋ ਗਿਆ, ਹਿੱਲ ਗਿਆ, ਇਹਨੂੰ ਤੇ ਮਿਲ ਗਿਆ ਜੇ ਰੱਬ। ਸਤਿਗੁਰੂ ਕਹਿੰਦੇ ਗੁਰਮੁਖ ਹੱਸੈ ਗੁਰਮੁਖ ਰੋਵੈ, ਗੁਰਮੁਖ ਹੋਵੈ ਗੁਰਮੁਖ ਕਰੇ ਸਾਈ ਭਗਤ ਹੋਵੈ, ਗੁਰਮੁਖ ਹੋਵੈ ਸੋ ਕਰੇ ਵਿਚਾਰ। ਗੁਰਮੁਖੀ ਇਸ ਗੱਲ ਦੀ ਵਿਚਾਰ ਕਹਿੰਦੇ ਨੇ ਤੇ ਲੈ ਕਮਲਾ ਹੋਇਆ, ਹਿੱਲਿਆ ਹੋਇਆ, ਹੱਸੀ ਜਾਂਦਾ, ਰੋਈ ਜਾਂਦਾ। ਪਰ ਗੁਰਮੁਖਾਂ ਦਾ ਰੋਣਾ ਤੇ ਗੁਰਮੁਖਾਂ ਦਾ ਹੱਸਣਾ ਉਹ ਵੀ ਭਗਤੀ ਦੇ ਵਿੱਚ ਪੈਂਦਾ ਹੈ। ਐਸਾ ਮਹਾਰਾਜ ਦੇ ਪਿਆਰ ਦਾ ਰੰਗ ਲੱਗਿਆ। ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਨ ਦੇ ਨਾਲ ਉਹ ਮਤ ਬੌਰੀ ਹੋ ਗਈ। ਰਾਮ ਸਿਆਣਾ ਆਪ ਕਮਲਾ ਹੋ ਗਿਆ ਉਸ ਦੇ ਪਿਆਰ ਵਿੱਚ ਬਲੀਜਾਰ। ਤੇਹ ਕੋ ਧੀਰਜ ਦੇ ਪੁਨ ਗਏ। ਐ ਸੱਚੇ ਪਾਤਸ਼ਾਹ ਮਹਾਰਾਜ ਬਲੀਜਾਰ ਨੂੰ ਹੌਸਲਾ ਦੇ ਕੇ ਪਿਆਰ ਦੇ ਕੇ ਅੱਗੇ ਚੱਲ ਪਏ। ਇੱਕ ਖਤਰੇ ਕੋ ਦੇਖਤ ਪਏ। ਅੱਗੇ ਸਤਿਗੁਰੂ ਜੀ ਗਏ ਐ ਤੇ ਕੀ ਵੇਂਦੇ ਇੱਕ ਖੱਤਰੀ ਹੈ। ਜਮੇ ਬਰਫ ਬਾਹੋ ਤਿਸ ਨਾ ਫੁਰੇ। ਤੇ ਉਹਨੇ ਕੀ ਕੀਤਾ ਵੀ ਬਰਫ਼ ਬੜੀ ਪੈ ਰਹੀ ਹੈ, ਠੰਡਾ ਮੌਸਮ ਹੈ ਬਹੁਤ ਜ਼ਿਆਦਾ ਸਰਦੀਆਂ ਦਾ, ਤੇ ਬਰਫ਼ ਜਿਹੜੀ ਆ ਉਹਨੇ ਤੋੜੀ ਹੈ ਵਿੱਚੋਂ ਜਿਹੜੀ ਜੰਮੀ ਹੋਈ ਸੀਗੀ। ਲਾਗਿਓ ਮਜਨ ਕਰਨੇ ਭੋਰੇ। ਪਾਣੀ ਦੇ ਉੱਤੇ ਬਰਫ਼ ਜੰਮੀ ਹੋਈ ਹੈ, ਬਰਫ਼ ਤੋੜ ਕੇ ਤੇ ਥੱਲੇ ਬਰਫ਼ ਦੇ ਜਿਹੜਾ ਪਾਣੀ ਹੈ ਉਹਦੇ ਵਿੱਚ ਇਸ਼ਨਾਨ ਕਰ ਰਿਹਾ ਹੈ ਖੱਤਰੀ। ਕਰਨ ਕਿਰਤਾਰਥ ਤਾਹੇ ਸਮੀਪਾ। ਸਾਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਨਿਹਾਲ ਕਰਨਾ ਹੈਗਾ, ਇਸ ਵਾਸਤੇ ਸਤਿਗੁਰੂ ਜੀ ਉਸ ਖੱਤਰੀ ਦੇ ਪਾਸ ਗਏ। ਬੋਝਤ ਪੇ ਬੇਦੇ ਕੋਲ ਦੀਪਾ। ਅਤੇ ਜਾ ਕੇ ਉਸ ਖੱਤਰੀ ਨੂੰ ਗਰੀਬ ਨਵਾਜ ਜੀ ਪੁੱਛਣ ਲੱਗੇ, ਕੋ ਹੈ ਵਰਨ ਨਾਮ ਕੋ ਤੇਰਾ। ਭਾਈ ਤੇਰਾ ਵਰਨ ਕੀ ਹੈ ਤੇ ਤੇਰਾ ਨਾਮ ਕੀ ਹੈ। ਨਹਾਨ ਚੈਤ ਹੈ ਸੇਤ ਕਨੇਰਾ। ਤੇ ਮਹਾਰਾਜ ਕਹਿੰਦੇ ਠੰਡ ਬਹੁਤ ਜ਼ਿਆਦੀ ਹੈ ਤੇ ਤੂੰ ਫੇਰ ਠੰਡ ਦੇ ਹੁੰਦਿਆਂ ਹੋਇਆਂ ਇਹ ਠੰਡੇ ਬਰਫ਼ ਵਾਲੇ ਪਾਣੀ ਦੇ ਵਿੱਚ ਨਹਾਉਣਾ ਚਾਹੁੰਦਾ ਹੈ। ਕਰ ਇਸ਼ਨਾਨ ਜਬ ਬਾਹਰ ਆਵਾ। ਜਦੋਂ ਇਸ ਤਰ੍ਹਾਂ ਮਹਾਰਾਜ ਦੇ ਬਚਨ ਸੁਣੇ ਤੇ ਇਸ਼ਨਾਨ ਕਰਕੇ ਬਾਹਰ ਨਿਕਲਿਆ। ਦਰਸ਼ਨ ਦੇਖਤ ਪਰਮ ਨਸਾਵਾ। ਤੇ ਉਹ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਨਾ, ਮਨ ਵਿੱਚ ਜੋ ਵੀ ਭਰਮ ਸੀ, ਦੁਬਿਧਾ ਬਣੀ ਹੋਈ ਸੀ, ਦਰਸ਼ਨ ਕਰਨ ਦੇ ਨਾਲ ਹੀ ਦੂਰ ਹੋ ਗਈ। ਬਿਮਲ ਹਿਰਦਾ ਹਵੈ ਬੰਧਨ ਕੀਨੇ। ਸੁੱਧ ਹਿਰਦਾ ਹੋ ਗਿਆ। ਸੁੱਧ ਹਿਰਦੇ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਨੂੰ ਨਮਸਕਾਰ ਕੀਤੀ ਖੱਤਰੀ ਨੇ। ਸ਼ਾਂਤ ਰੂਪ ਲਖ ਮਹਿਮਾ ਚੀਨੇ। ਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਭੇਖ ਵੀ ਸਾਧੂਆਂ ਵਾਲਾ ਖਫਣੀ ਪਹਿਨ ਕੇ ਰੱਖਦੇ ਐ ਤੇ ਸਾਧੂਆਂ ਦੀ ਮਹਿਮਾ ਨੂੰ ਪਛਾਣ ਕੇ ਨਮਸਕਾਰ ਕੀਤੀ ਉਸ ਖੱਤਰੀ ਨੇ ਸਾਹਿਬ ਜੀ ਨੂੰ। ਹਾਥ ਬੰਦ ਕੈ ਬਿਨਾ ਬਖਾਨੇ। ਉਪਰੰਤ ਉਸ ਖੱਤਰੀ ਨੇ ਹੱਥ ਜੋੜ ਸੱਚੇ ਪਾਤਸ਼ਾਹ ਨੂੰ ਅਰਜ ਕੀਤੇ, ਸੰਤ ਮਿਲਨ ਮਮ ਚਾਹੇ ਮਹਾਨੇ। ਇਹ ਮਹਾਰਾਜ ਸਾਧੂਆਂ ਦੇ ਦਰਸ਼ਨ ਦਾ ਮੇਰੇ ਮਨ ਵਿੱਚ ਬਹੁਤ ਚਾਅ ਲੱਗਾ ਰਹਿੰਦਾ ਸੀ, ਉਡੀਕ ਲੱਗੀ ਰਹਿੰਦੀ ਸੀ, ਮੇਰੀ ਬੜੀ ਭਾਰੀ ਇੱਛਾ ਬਣੀ ਰਹਿੰਦੀ ਸੀ ਸਾਧੂਆਂ ਦੇ ਦਰਸ਼ਨ ਕਰਨ ਵਾਸਤੇ। ਅਬ ਰਾਵਰ ਪਰ ਭਏ ਪ੍ਰਤੀਤੇ। ਇਹ ਮਹਾਰਾਜ ਤੁਸਾਂ ਨੇ ਬੜੀ ਕਿਰਪਾ ਕੀਤੀ ਹੈ, ਦਰਸ਼ਨ ਦਿੱਤੇ ਹੈ। ਤੁਹਾਡੇ ਦਰਸ਼ਨ ਕਰਨ ਦੇ ਨਾਲ ਮੇਰਾ ਭਰੋਸਾ ਦ੍ਰਿੜ ਹੋ ਗਿਆ। ਦਰਸ ਦੇਖ ਪਾ ਮਨ ਯੋਤ ਪ੍ਰੀਤੇ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਤੁਹਾਡੇ ਦਰਸ਼ਨ ਮੈਂ ਪਿਆਰ ਸਹਿਤ ਕੀਤੇ, ਮੇਰੇ ਮਨ ਵਿੱਚ ਨਾ ਬੜਾ ਪਿਆਰ ਪੈਦਾ ਹੋ ਰਿਹਾ। ਜਿਵੇਂ ਤੁਹਾਡੇ ਦਰਸ਼ਨ ਹੋਏ ਨਾ, ਮਨ ਦੀਆਂ ਤਰੰਗਾਂ ਪਿਆਰ ਦੇ ਵਿੱਚ ਖਿੱਚੀਆਂ ਜਾਣ ਲੱਗੀਆਂ ਹਨ। ਪੂਰਬ ਕਰਮਨ ਕੇ ਫਲ ਪਾਏ। ਇਹ ਮਹਾਰਾਜ ਬੜੀ ਮੇਰੇ ਤੇ ਮਿਹਰ ਹੋਈ ਹੈ
ਕੋ ਪੂਰਬਲੇ ਕਈ ਜਨਮਾਂ ਦੇ ਮੇਰੇ ਚੰਗੇ ਕਰਮ ਹੈ ਜਿਨ੍ਹਾਂ ਕਰਕੇ ਤੁਹਾਡੇ ਮੈਨੂੰ ਦਰਸ਼ਨ ਹੋਏ ਹਨ। ਪੂਰਨ ਸੰਤ ਮਿਲੇ ਤੁਮ ਆਏ, ਔਰ ਤੁਸੀਂ ਪਰਿਪੂਰਨ ਹੋ, ਸਮਰੱਥ ਹੋ। ਪੂਰਬ ਦੇ ਕਰਮਾਂ ਮੁਤਾਬਕ ਹੀ ਤੁਹਾਡੇ ਦਰਸ਼ਨ ਹੋਏ ਆ। ਚਰਨ ਪਰਸਨ ਦਾ ਸੁਭਾਗ ਮੈਨੂੰ ਮਿਲਿਆ ਹੈ। ਤੇਹ ਕੇ ਪ੍ਰੀਤ ਦੇਖ ਗੁਣ ਖਾਨੇ, ਸੱਚੇ ਪਾਤਸ਼ਾਹ ਮਹਾਰਾਜ ਨੇ ਦੇਖਿਆ ਇਹ ਖੱਤਰੀ ਜਿਹੜਾ ਦਿਲ ਤੋਂ ਪਿਆਰ ਕਰਦਾ ਹੈ ਸਾਡੇ ਨਾਲ। ਉਪਦੇਸ਼ੇ ਔਰ ਭਗਤ ਮਹਾਨੇ, ਤੇ ਸਾਹਿਬ ਨੇ ਮਿਹਰ ਕੀਤੀ, ਦਇਆ ਦੇ ਘਰ ਦੇ ਵਿੱਚ ਆ ਕੇ ਪ੍ਰੇਮਾ ਭਗਤੀ ਦੀ ਬਖਸ਼ਿਸ਼ ਉਸ ਖੱਤਰੀ ਨੂੰ ਕਰ ਦਿੱਤੀ। ਸਗਰੇ ਕਾਲ ਸੰਪੂਰਨ ਕੀਨੇ, ਉਹ ਜਿਹੜੀ ਘਾਲਣਾ ਘਾਲੀ ਹੋਈ ਸੀ ਉਸ ਖੱਤਰੀ ਨੇ, ਭਾਵੇਂ ਕਰਮ ਕਾਂਡ ਵਿੱਚ ਵੀ, ਪਰ ਸੱਚੇ ਪਾਤਸ਼ਾਹ ਨੇ ਦਇਆ ਕੀਤੀ ਹੈ, ਉਹਦੀ ਘਾਲਣਾ ਨੂੰ ਫਲ ਲੱਗਾ। ਪ੍ਰਭ ਸਿਮਰਨ ਪੇ ਪ੍ਰੀਤ ਨਵੇਂ ਨੇ, ਤੇ ਹੁਣ ਨਵਾਂ ਹੀ ਪਿਆਰ ਮਨ ਵਿੱਚ ਪੈਦਾ ਹੋ ਗਿਆ। ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਚਾਉ ਪੈਦਾ ਹੋ ਗਿਆ ਮਨ ਵਿੱਚ। ਕਰ ਬੇਨਤੀ ਲੈ ਸਾਧਨ ਸਿਧਾਰਾ, ਤੇ ਬੇਨਤੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਉਹ ਖੱਤਰੀ ਆਪਣੇ ਘਰੇ ਲੈ ਗਿਆ। ਆਦਿਕ ਭਾਵ ਕਰ ਭੋਜਨ ਖੁਆਰਾ, ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਲੰਗਰ ਪ੍ਰਸ਼ਾਦ ਛਕਾ ਕੇ ਸੇਵਾ ਕੀਤੀ। ਤੀਨ ਦਿਵਸ ਰਾਖੇ ਹਿਤ ਸੰਗਾ, ਧੰਨ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੂੰ ਬੜੇ ਪਿਆਰ ਦੇ ਨਾਲ 3 ਦਿਨ ਤੱਕ ਆਪਣੇ ਗ੍ਰਹਿ ਵਿੱਚ ਰੱਖਿਆ। ਯਾਰ ਵਾਲੇ ਕੋ ਸੁਨਹੁ ਪ੍ਰਸੰਗਾ, ਇਹ ਹੁਣ ਜਿਹੜਾ ਯਾਰ ਵਾਲੀ ਹੈ, ਜਿਹਨੂੰ ਸੱਚੇ ਪਾਤਸ਼ਾਹ ਮਹਾਰਾਜ ਕੰਧਾਰ ਸ਼ਹਿਰ ਦੇ ਵਿੱਚ ਨਿਹਾਲ ਕਰਕੇ ਆਏ ਹੈ, ਉਹਦੀ ਕੋਈ ਥੋੜੀ ਜੀ ਕਥਾ ਦੁਬਾਰਾ ਸਰਵਣ ਕਰੀਏ ਜੀ। ਸ਼ੇਖ ਸ਼ਰਫ ਇੱਕ ਤਹ ਕੋ ਮੀਤਾ, ਇੱਕ ਨਾ ਵਲੀ ਯਾਰ ਦਾ ਮਿੱਤਰ ਸੀ ਜਿਹਦਾ ਨਾਮ ਸ਼ੇਖ ਸ਼ਰਫ ਕਰਕੇ ਆਇਆ ਹੈ। ਪਰਚਤ ਹੋਤੇ ਕਰਤ ਹਿਤ ਚੀਤਾ, ਇਹ ਦੋਵੇਂ ਬੜੇ ਪਿਆਰੇ ਸੀ ਆਪਸ ਵਿੱਚ, ਵਲੀ ਯਾਰ ਤੇ ਸ਼ੇਖ ਸ਼ਰਫ। ਕਦੀ ਵੀ ਮਿਲਣਾ, ਇਕੱਠੇ ਹੋਣਾ, ਦਿਲ ਦੀਆਂ ਸਾਂਝਾਂ ਇੱਕ ਦੂਜੇ ਨਾਲ ਸਾਂਝੀਆਂ ਕਰਨੀਆਂ, ਪਿਆਰ ਦੀਆਂ ਗੱਲਾਂ ਕਰਨੀਆਂ। ਦੋਹਰਾ ਜਬ ਸ਼ੇਰ ਗੁਰ ਮਿਲ ਕੇ ਗਏ, ਪਿਛੇ ਆਇਓ ਸੋਏ। ਇਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਵਲੀ ਯਾਰ ਨੂੰ ਦਰਸ਼ਨ ਦੇ ਕੇ ਗਏ ਤੇ ਗਰੀਬਨ ਬਾਜ ਤਾਂ ਤੁਰ ਗਏ। ਇਹ ਜਿਹੜਾ ਵਲੀ ਸ਼ੇਖ ਹੈ, ਇਹ ਪਿੱਛੇ ਸ਼ੇਖ ਸ਼ਰਫ ਜਿਹੜਾ ਹੈ, ਇਹ ਵਲੀ ਯਾਰ ਦੇ ਮਿਲਣ ਵਾਸਤੇ ਆ ਗਿਆ। ਹੋਇਓ ਮਗਨ ਬਿਲੋਕ ਕੈ, ਬੋਝਿਓ ਬਚਨ ਬੁਗੋਏ। ਤੇ ਸ਼ੇਖ ਸ਼ਰਫ ਨੇ ਵੇਖਿਆ ਵੀ ਵਲੀ ਯਾਰ ਜਿਹੜਾ ਹੈ, ਇਹਦੀਆਂ ਅੱਖਾਂ ਚੜੀਆਂ ਹੋਈਆਂ, ਬਿਰਤੀ ਇਹਦੀ ਮਸਤਾਨਿਆਂ ਵਰਗੀ ਹੋਈ ਪਈ ਹੈ। ਕੀ ਕਾਰਨ ਹੈ? ਸਾਰਾ ਉਹਦੇ ਕਾਰ ਵਿਹਾਰ ਨੂੰ ਦੇਖ ਕੇ ਪੁੱਛਣ ਲੱਗਾ, ਚਾਉ ਪਏ ਕੌਣ ਹਾਲ ਤੁਮ ਪਏ ਦੀਵਾਨੇ। ਇਹ ਵਲੀ ਯਾਰ ਭਈ ਤੇਰੇ ਨਾਲ ਕੀ ਭਾਣਾ ਵਰਤ ਗਿਆ? ਤੂੰ ਤੇ ਦੀਵਾਨਾ ਹੋਇਆ ਫਿਰਦਾ, ਮਸਤਾਨਾ ਹੋਇਆ ਫਿਰਦਾ ਹੈ। ਜਾਗ ਵਿਵਹਾਰ ਸਰਬ ਬੇਸਰਾਨੇ, ਦੁਨੀਆ ਦੇ ਜਿੰਨੇ ਵੀ ਕੰਮਕਾਰ ਤੂੰ ਸਾਰੇ ਹੀ ਤਿਆਗ ਦਿੱਤੇ ਆ। ਲੋਕ ਤਾਂ ਮਰਦੇ ਰਹਿੰਦੇ ਆ, ਟੁੱਟਦੇ ਆ, ਸਰੀਰ ਤੋੜਦੇ ਆ, ਰਾਤਾਂ ਨੂੰ ਦੇਰ ਰਾਤ ਤੱਕ ਜਾਗ ਜਾ ਕੇ ਕੰਮ ਕਰਦੇ, ਤੂੰ ਸਾਰਾ ਕੁਝ ਹੀ ਛੱਡ ਦਿੱਤਾ। ਇਹਦਾ ਕਾਰਨ ਕੀ ਹੈ? ਕਾਲ ਔਰ ਬਿਧ ਔਰ ਆਜਾ, ਸੋ ਹੋਰ ਦਾ ਹੋਰ ਹੀ ਸਮਾਂ ਬਣਿਆ ਪਿਆ ਹੈ। ਕੋ ਤੋਹਿ ਮਿਲਿਓ ਪਇਓ ਆਸ ਕਾਜਾ। ਇਹ ਵਲੀ ਯਾਰ ਸ਼ੇਖ ਸ਼ਰਫ ਪੁੱਛਦਾ, ਕਹਿੰਦਾ ਵਲੀ ਯਾਰ ਹੋਇਆ ਕੀ ਤੈਨੂੰ? ਇਸ ਤਰ੍ਹਾਂ ਕਿਵੇਂ ਹੋ ਗਿਆ? ਅੱਜ ਤੇਰਾ ਸਾਰਾ ਕੁਛ ਹੀ ਬਦਲਿਆ ਹੋਇਆ। ਯਾਰ ਵਲੇ ਤਿਹ ਸੰਗ ਭੁਗਵਾ, ਤੇ ਵਲੀ ਯਾਰ ਜਿਹੜਾ ਹੈ ਸ਼ੇਖ ਸ਼ਰਫ ਨੂੰ ਅੱਗੋਂ ਕਹਿਣ ਲੱਗਾ, ਯਕ ਕੋ ਮੈਂ ਮੁਰੇਦ ਲੱਖ ਹੋਆ। ਕਹਿਣ ਲੱਗਾ ਇੱਕ ਪੂਰਾ ਖੁਦਾ ਮੈਨੂੰ ਮਿਲਿਆ ਤੇ ਮੈਂ ਬਈ ਉਹਦਾ ਮਰੀਦ ਹੋ ਗਿਆ, ਉਹਦਾ ਚੇਲਾ ਹੋ ਗਿਆ। ਆਹ ਫਕੀਰ ਪੀਰ ਜੋ ਮੇਰੋ, ਉਹ ਜਿਹੜੇ ਫਕੀਰ ਆਏ ਸੀ ਨਾ ਇੱਥੇ, ਉਹਨਾਂ ਨੂੰ ਮੈਂ ਆਪਣਾ ਪੀਰ ਮੰਨ ਲਿਆ ਹੈ, ਰੱਬ ਮੰਨ ਲਿਆ ਹੈ। ਹਾਲ ਪਇਓ ਆਸ ਦਰਸ਼ਨ ਹੀਰੋ, ਤੇ ਜਿਨ੍ਹਾਂ ਪੀਰਾਂ ਨੂੰ ਮੈਂ ਆਪਣਾ ਪੀਰ ਮੰਨਿਆ ਹੈ ਨਾ, ਜਦ ਦੇ ਉਹਨਾਂ ਦੇ ਮੈਂ ਦਰਸ਼ਨ ਕੀਤੇ ਹੈ, ਦਰਸ਼ਨ ਕਰਨ ਦੇ ਨਾਲ ਹੀ ਆ ਮੈਨੂੰ ਮਸਤੀ ਚੜ੍ਹ ਗਈ ਹੈ। ਆ ਮਸਤਾਨਾ ਮੈਂ ਉਹਨਾਂ ਦੇ ਪਿਆਰ ਵਿੱਚ ਹੋਇਆ ਹੋਇਆ, ਦਰਸ਼ਨਾਂ ਦੇ ਰੰਗ ਦੇ ਵਿੱਚ ਰੰਗ ਕੇ। ਕਰੁਣਾ ਦ੍ਰਸ਼ਟ ਧਾਰ ਕੈ ਮੋਹ ਪਰ, ਬੜੀ ਮੇਰੇ ਤੇ ਕਿਰਪਾ ਕੀਤੀ ਮੇਰੇ ਪੀਰ ਜੀ ਨੇ।
ਮਿਹਰ ਦੀ ਨਿਗਾਹ ਦੇ ਨਾਲ ਮੈਨੂੰ ਤੱਕਿਆ ਤੇ ਉਹਨਾਂ ਦੀ ਤੱਕਣੀ ਦੇ ਨਾਲ ਹੀ ਮੈਂ ਦੁਨੀਆ ਵੱਲੋਂ ਟੁੱਟ ਗਿਆ, ਕਮਲਾ ਹੋ ਗਿਆ ਉਹਨਾਂ ਦੇ ਯਾਰਾਨੇ ਵਿੱਚ, ਪਿਆਰ ਵਿੱਚ। ਦੇਨੋ ਗਿਆਨ ਮੋਹ ਮਨ ਕੋ ਹਰ। ਤੇ ਉਹਨਾਂ ਨੇ ਨਾ ਮੈਨੂੰ ਗਿਆਨ ਦੀ ਦਾਤ ਦਿੱਤੀ, ਇਹੀ ਜੀ ਦਾਤ ਦਿੱਤੀ ਹੈ ਜਿਹਦੇ ਨਾਲ ਦੁਨੀਆ ਦਾ ਮੋਹ ਮੇਰਾ ਸਾਰਾ ਹੀ ਟੁੱਟ ਗਿਆ ਹੈ। ਬੋਝਾ ਸ਼ੇਖ ਸੋ ਕੁਜਾ ਸਦਾਇਓ। ਸ਼ੇਖ ਸ਼ਰਫ ਪੁੱਛਣ ਲੱਗਾ, ਕਹਿੰਦਾ ਮਿੱਤਰਾ ਫਿਰ ਮੈਨੂੰ ਐਂ ਦੱਸ ਪਈਓ ਤੇਰੇ ਪੀਰ ਜੀ ਗਏ ਕਿਹੜੇ ਪਾਸੇ ਐ? ਦੇਖ ਰਾਵਹੁ ਅਸ ਜਾਹੇ ਬਨਾਇਓ। ਤੇ ਉਹ ਕਿਧਰ ਨੂੰ ਗਏ ਆ? ਜਿੱਧਰ ਨੂੰ ਗਏ ਆ ਨਾ ਦੱਸ ਮੈਨੂੰ, ਤੇ ਮੇਰਾ ਮਿਲਾਪ ਉਹਨਾਂ ਦੇ ਨਾਲ ਕਰਾ, ਮੈਨੂੰ ਵੀ ਉਹਨਾਂ ਦੇ ਚਰਨ ਪਰਸਨ ਦਾ ਸਮਾਂ ਬਖਸ਼ਿਸ਼ ਕਰਵਾ। ਯਾਰ ਵਲੀ ਕਹੇ ਭਾਉ ਤਰੀ ਜਾਏ। ਵਲੀ ਯਾਰ ਕਹਿਣ ਲੱਗਾ ਵੀ ਇਸ ਤਰ੍ਹਾਂ ਹੈ, ਤੂੰ ਨਾ ਮਨ ਵਿੱਚ ਸਰਧਾ ਰੱਖ, ਮਿਲਹਿ ਆਏ ਸੋ ਆਪ ਲਖੇ ਜਾਏ। ਤੇ ਤੇਰੀ ਸਰਧਾ ਨੂੰ ਦੇਖ ਕੇ ਉਹ ਆਪ ਹੀ ਕਿਰਪਾ ਕਰਨਗੇ। ਉਹਨਾਂ ਨੂੰ ਲੱਭਣਾ, ਪਿੱਛੇ ਲੱਭ ਕੇ ਮਿਲਣਾ, ਇਹ ਤੇ ਬੜਾ ਵੱਡਾ ਕਠਿਨ ਹੈ, ਔਖਾ ਹੈ। ਤੂੰ ਸਰਧਾ ਰੱਖ, ਆਪ ਹੀ ਕਿਰਪਾ ਕਰਕੇ ਦਰਸ਼ਨ ਦੇਣਗੇ। ਸੁਨਤ ਬਚਨ ਦੇ ਧਰਨਾ ਬੈਸਾ। ਇਹ ਬਚਨ ਸੁਣ ਕੇ ਵਲੀ ਯਾਰ ਧਰਨਾ ਦੇ ਕੇ ਬਹਿ ਗਿਆ ਵੀ ਪੀਰ ਜੀ ਆਉਣਗੇ ਤੇ ਧਰਨਾ ਚੱਕਣਾ ਨੇ ਤੇ ਮੈਂ ਇੱਥੇ ਬੈਠੇ ਰਹਿਣਾ ਹੈ। ਕਹੈ ਉਠਾਂ ਪਿਖ ਕੈ ਉਹ ਕੈਸਾ। ਕਹਿਣ ਲੱਗਾ ਸ਼ੇਖ ਕਿ ਮੈਂ ਵੀ ਇੱਥੇ ਹੀ ਬੈਠੇ ਰਹਿਣਾ ਤੇ ਵੇਖੂੰਗਾ ਤੇਰੇ ਗੁਰੂ ਤੇਰੇ ਪੀਰ ਹੈ ਕਿਹੇ ਜੇ। ਜਦ ਤੱਕ ਉਹਨਾਂ ਦੇ ਦਰਸ਼ਨ ਨਹੀਂ ਹੁੰਦੇ ਮੈਂ ਨਹੀਂ ਉੱਠਾਂਗਾ। ਆਗੇ ਮਿਲ ਕੇ ਜਾਵਤ ਤਾਮੋ। ਤੇ ਮੈਂ ਉਹਨਾਂ ਨੂੰ ਮਿਲ ਕੇ ਦਰਸ਼ਨ ਕਰਕੇ ਹੀ ਆਪਣੇ ਘਰ ਨੂੰ ਵਾਪਸ ਜਾਵਾਂਗਾ। ਸ਼ੇਖ ਸ਼ਰਫ ਕਹਿਣ ਲੱਗਾ, ਬੈਠ ਰਹਿਓ ਤਹ ਦੇਖਨ ਕਾਮੋ। ਇਸ ਤਰ੍ਹਾਂ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸ਼ੇਖ ਸ਼ਰਫ ਜਿਹੜਾ ਹੈ ਉਹ ਸਾਧ ਸੰਗਤ ਜੀ ਧਰਨਾ ਦੇ ਕੇ ਬਹਿ ਗਿਆ। ਜਬ ਹੈ ਦਿਵਸ ਬਤੀਤੇ ਚਾਰ। ਜਦ 4 ਦਿਨ ਬਤੀਤ ਹੋਏ, ਆਏ ਸ਼ੇਰੇ ਗੁਰ ਕਰੁਣਾ ਧਾਰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਸ਼ੇਖ ਸ਼ਰਫ ਦੇ ਉੱਤੇ ਦਇਆ ਆਈ ਹੈ ਵੀ ਸਾਡਾ ਜਿਹੜਾ ਇੱਕ ਪਿਆਰਾ ਹੈ ਉਹਦਾ ਮਿੱਤਰ ਸ਼ੇਖ ਸ਼ਰਫ ਵਲੀ ਯਾਰ ਦਾ, ਤੇ ਉਹ ਸਾਡੇ ਪਿਆਰ ਦੀ ਉਡੀਕ ਦੇ ਵਿੱਚ ਬੈਠਾ ਹੋਇਆ ਹੈ। ਇਹ ਖਿੱਚ ਮਹਾਰਾਜ ਨੂੰ ਪਈ। ਦੇਖਿਓ ਯਾਰ ਵਾਲੇ ਤਬ ਗੁਰ ਕੋ। ਤੇ ਇਹ ਮਹਾਰਾਜ ਜੀ ਆ ਗਏ ਸੱਚੇ ਪਾਤਸ਼ਾਹ। ਆਉਂਦਿਆਂ ਨੂੰ ਵੇਖਿਆ ਵਲੀ ਯਾਰ ਨੇ ਦੂਰ ਤੋਂ, ਤੁਰਨ ਉਠਿਓ ਪ੍ਰੇਮ ਕਰ ਉਰ ਕੋ। ਤੇ ਬੜੇ ਪਿਆਰ ਦੇ ਨਾਲ ਉਠਿਆ ਝਟ ਦੇਣੀ। ਕੇ ਬੰਧਨ ਜੋਗ ਪਾਦ ਅਰਬਿੰਦਾ। ਅਤੇ ਜਾ ਕੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਤੇ ਨਮਸਕਾਰ ਕੀਤੇ। ਬੈ ਸਾਰੇ ਪੁਨ ਆਨੰਦ ਕੰਦਾ। ਅਤੇ ਬੜੇ ਪਿਆਰ ਦੇ ਨਾਲ ਸਰਧਾ ਦੇ ਨਾਲ ਬੇਨਤੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੇ ਪਾਸ ਬਿਠਾ ਲਿਆ। ਸ਼ੇਖ ਸ਼ਰਫ ਪੁਨ ਬਾਨੇ ਪਾਖੇ। ਉਹ ਸ਼ੇਖ ਸ਼ਰਫ ਜਿਹੜਾ ਸੀ ਵਲੀ ਯਾਰ ਦਾ ਮਿੱਤਰ, ਸਤਿਗੁਰੂ ਗਰੀਬ ਨਵਾਜ ਜੀ ਨੂੰ ਕਹਿਣ ਲੱਗਾ, ਖਫਨੇ ਕਾਰਦ ਚੇਕਾਰ ਜੋ ਰਾਖੇ। ਕਹਿਣ ਲੱਗਾ ਮਹਾਰਾਜ ਆ ਜਿਹੜੀ ਖਫਨੀ ਤੁਸੀਂ ਪਹਿਨੀ ਹੋਈ ਹੈ ਸਰੀਰ ਤੇ, ਗੁਰੂ ਮਾਇ ਨਾ ਤਾਹੇ ਬਤਾਏ। ਇਹਦਾ ਭਾਵ ਕੀ ਹੈ? ਇਹਦਾ ਮਤਲਬ ਸਾਨੂੰ ਦੱਸੋ। ਖਫਨੇ ਹੋਏ ਗਰ ਖੌਫ ਖੁਦਾਏ। ਤੇ ਮਹਾਰਾਜ ਕਹਿਣ ਲੱਗੇ ਵੀ ਇਹ ਜਿਹੜੀ ਖਫਣੀ ਅਸੀਂ ਪਾਈ ਹੈ ਨਾ, ਇਹ ਖਫਣੀ ਅਸੀਂ ਖੁਦਾ ਦਾ ਭੈ ਰੱਖਣ ਵਾਸਤੇ। ਜਿਵੇਂ ਮੁਰਦੇ ਦਾ ਖਫਣ ਹੁੰਦਾ ਹੈ, ਇਸੇ ਤਰ੍ਹਾਂ ਖਫਣੀ ਨੂੰ ਕੋਈ ਜੇਬ ਨਹੀਂ ਹੁੰਦੀ, ਕੋਈ ਬਟਨ ਨਹੀਂ ਹੁੰਦੇ। ਵਿਚਕਾਰੋਂ ਗਲ ਦਿਓ ਪਾੜਿਆ, ਬਾਹਾਂ ਦਾ ਥਾਂ ਰੱਖ ਲਿਆ ਤੇ ਗਲ ਵਿੱਚ ਪਾ ਲਈ। ਜਿਹੋ ਜਿਹਾ ਖਫਣ ਪਾ ਲਿਆ ਉਹ ਜੀ ਖਫਣੀ ਪਾ ਲਈ। ਤੇ ਲਿੰਗ ਪਲਿੰਗੀ ਆ ਇਹ ਉਹਦਾ ਖਫਣ ਦਾ, ਇਹਨੂੰ ਖਫਣੀ ਕਹਿ ਦਿੰਦੇ, ਉਹਨੂੰ ਖਫਣ ਕਹਿ ਦਿੰਦੇ ਆ ਮੁਰਦੇ ਵਾਲੇ ਨੂੰ। ਤੇ ਇਹ ਰੱਬ ਦਾ ਭੈ ਸਾਡੇ ਹਿਰਦੇ ਤੇ ਬਣਿਆ ਰਹੇ, ਇਹ ਅਸੀਂ ਇਸ ਵਾਸਤੇ ਖਫਣੀ ਪਾਈ ਹੋਈ ਹੈ। ਜੀਵਤ ਅੰਮ੍ਰਿਤਕ ਜਗਤ ਹਵਾ ਰਹੀਏ। ਅਤੇ ਸੰਸਾਰ ਦੇ ਵਿੱਚ ਜੀਵਤ ਭਾਅ ਤੋਂ ਮਰ ਕੇ ਰਹਿਣਾ ਕਰੀਏ। ਜਿਵੇਂ ਮੁਰਦਾ ਹੁੰਦਾ ਹੈ, ਨਾ ਉਹਨੂੰ ਕੋਈ ਖੁਸ਼ੀ ਹੁੰਦੀ ਨਾ ਗਮੀ ਹੁੰਦੀ, ਨਾ ਉਹ ਆਪਣੇ ਹਿਰਦੇ ਦੇ ਵਿੱਚ ਕੋਈ ਸੋਭਾ ਵਡਿਆਈ ਰੱਖਦਾ, ਨਾ ਕੋਈ ਨਿੰਦਿਆ ਵਾਲਾ ਭਾਵ ਰੱਖਦਾ, ਦੁੱਖ ਦਾ ਭਾਵ ਰੱਖਦਾ ਹੈ। ਇਸ ਵਾਸਤੇ ਸੱਚੇ ਪਾਤਸ਼ਾਹ ਕਹਿੰਦੇ ਖਫਣੀ ਦਾ ਭਾਵ ਇਹ ਹੈ ਮੁਰਦਾ ਹੋਏ ਮਰੀਦ। ਸੋ ਰੱਬ ਦੇ ਮਰੀਦ ਬਣ ਕੇ ਸੰਸਾਰ ਦੇ ਵਿੱਚ ਮੁਰਦੇ ਬਣ ਕੇ ਵਿਚਰਨਾ, ਇਸ ਵਾਸਤੇ ਅਸੀਂ ਖਫਣੀ ਪਾਈ ਹੋਈ ਹੈ।
ਹਕ ਪਛਾਨ ਸਰਬ ਸੁਖ ਲਹੀਏ ਅਤੇ ਹੱਕ ਨੂੰ ਪਛਾਣਨਾ ਵੀ ਹੱਕ ਸੱਚ ਕੀ ਹੈ, ਉਹਨੂੰ ਪਛਾਣ ਕੇ ਸਾਰੇ ਸੁੱਖਾਂ ਦੀ ਪ੍ਰਾਪਤੀ ਕਰਨੀ। ਜਲ ਕੇ ਬਿਖਾ ਡੂਬ ਜੋ ਤਰਹਿ ਜੀਵਨਵਾਜ ਕਹਿਣ ਲੱਗੇ ਕਿ ਬਈ ਕੋਈ ਐਸਾ ਬੰਦਾ ਹੋਵੇ, ਮਨੁੱਖ ਹੋਵੇ, ਉਹ ਪਾਣੀ ਦੇ ਵਿੱਚ ਡੁੱਬ ਜਾਵੇ ਪਰ ਉਹ ਬਚ ਜਾਵੇ, ਮਰੇ ਨਾ, ਦੁਬਾਰਾ ਤਰ ਪਵੇ, ਪਾਣੀ ਵਿੱਚੋਂ ਬਾਹਰ ਨਿਕਲ ਆਵੇ, ਡੁੱਬਣ ਤੋਂ ਬਚ ਜਾਵੇ, ਮਰਨ ਤੋਂ। ਬਹੁਰ ਨਾ ਡੁੱਬਨ ਕੋ ਡਰ ਕਰਹਿ ਤੇ ਫਿਰ ਉਹਦਾ ਡਰ ਚੱਕਿਆ ਜਾਂਦਾ, ਕਹਿੰਦਾ ਉਹੀ ਹੈ ਨਾ ਡੁੱਬ ਕੇ ਨਿਕਲ ਆਇਆ, ਹੁਣ ਕੀ ਵਾਰ-ਵਾਰ ਡੁੱਬਦਾ ਹੀ ਰਹੂੰਗਾ। ਉਹਦਾ ਡੁੱਬਣ ਦਾ, ਮਰਨ ਦਾ ਡਰ ਜਿਹੜਾ ਭੈ ਚੱਕਿਆ ਜਾਂਦਾ ਹੈ। ਨਦੀ ਸਰਬ ਅਰ ਸਾਗਰ ਮਾਹੇ ਇਸੇ ਤਰ੍ਹਾਂ ਜਿੰਨੀਆਂ ਵੀ ਨਦੀਆਂ ਹਨ, ਸਮੁੰਦਰ ਆਦਿਕ ਹੈ, ਤਰਤ ਸਰਬ ਪਰ ਕਬ ਨਾ ਡੁਬਾਹੇ ਉਹ ਤਰਦਾ ਫਿਰਦਾ ਰਹਿੰਦਾ ਹੈ ਤੇ ਡੋਲਦਾ ਨਹੀਂ, ਡਰਦਾ ਨਹੀਂ ਹੈ ਮੌਤ ਤੋਂ। ਤੈਸੇ ਮ੍ਰਿਤਕ ਭਏ ਜੋ ਜੀਵਤ ਇਸੇ ਤਰ੍ਹਾਂ ਜਿਹੜੇ ਜੀਵਤ ਭਾਅ ਤੋਂ ਮਰ ਜਾਂਦੇ ਹਨ, ਪੁਨ ਤੈਨ ਨਹਿ ਮਿਰਤ ਕੋ ਦੁਖ ਥੇਵਤ ਫਿਰ ਉਹਨਾਂ ਨੂੰ ਮੌਤ ਦਾ ਕੋਈ ਭੈ ਨਹੀਂ ਰਹਿ ਜਾਂਦਾ, ਜਿਹੜੇ ਜੀਵਤ ਭਾਅ ਤੋਂ ਮਰ ਜਾਂਦੇ ਆ। ਆਪਾ ਕਬ ਨਾ ਜਨਾ ਵਹ ਕਾਂ ਕੋ ਮਹਾਰਾਜ ਕਹਿਣ ਲੱਗੇ ਵੀ ਆਪਣਾ ਆਪ ਨਹੀਂ ਕਿਸੇ ਨੂੰ ਜਣਾਉਣਾ ਕਿ ਮੇਰੇ ਪਾਸ ਵਿਦਿਆ ਬਾਹਲੀ ਜ਼ਿਆਦੀ ਹੈ, ਮੈਂ ਸੁੰਦਰ ਬਾਹਲਾ ਜ਼ਿਆਦਾ, ਮੇਰੇ ਪਾਸ ਤਾਕਤ ਬੜੀ ਹੈ, ਮੇਰਾ ਹੁਕਮ ਬੜਾ ਚੱਲਦਾ ਹੈ, ਮੇਰੇ ਵਰਗਾ ਦੂਆ ਇਨਸਾਨ ਹੀ ਕੋਈ ਨਹੀਂ ਹੈ, ਇਤਿਆਦਿਕ ਇਹ ਜਿਹੇ ਦਮ ਗਜੇ ਕਦੀ ਜੀਵਨ ਦੇ ਵਿੱਚ ਨਹੀਂ ਮਾਰਨੇ ਹਨ। ਹੋਏ ਰਹੋ ਸਭ ਕੇ ਪਗ ਖਾਕੋ ਅਤੇ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹੇ, ਹੋਏ ਰਹੇ ਪਗ ਰੇਨ, ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹੇ, ਨਿਉ ਕੇ ਨਿਮਰ ਭਾਵ ਦੇ ਨਾਲ। ਬੋਝੇ ਸ਼ਰਫ ਗੋਦੜੇ ਕੌਣ ਤੇ ਕਹਿਣ ਲੱਗੇ ਮਹਾਰਾਜ, ਸ਼ੇਖ ਸ਼ਰਫ ਪੁੱਛਦਾ ਹੈ, ਕਹਿੰਦਾ ਖਫਣੀ ਤਾਂ ਹੋ ਗਈ, ਖਫਣ ਦੇ ਘਰ ਵਾਲੀ, ਭੈ ਦਿਵਾਉਣ ਵਾਲੀ, ਆਹ ਜਿਹੜੀ ਗੋਦੜੀ ਤੁਸੀਂ ਧਾਰਨ ਕੀਤੀ, ਇਹ ਗੋਦੜੀ ਕਿਹੜੀ ਹੈ ਜਿੱਤੇ ਤੁਸੀਂ ਆਸਣ ਲਾਉਂਦੇ ਹੋ? ਕਹੋ ਕਰਮ ਬੈਰਾਗੇ ਜਾਉਨ ਤੇ ਮਹਾਰਾਜ ਕਿਹੜੇ ਕਰਮ ਹੈ ਜਿਹਦੇ ਕਰਕੇ ਤੁਸੀਂ ਵਿਰਾਗ ਧਾਰਨ ਕੀਤਾ ਹੋਇਆ? ਦੋਹਰਾ ਗੁਰੂ ਪਨਿਓ ਅਸ ਗੋਦੜੇ ਸੋਏ ਸਬੋਰੇ ਤੇ ਹੋ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਿਹੜੀ ਗੋਦੜੀ ਹੈ ਨਾ, ਇਹਨੂੰ ਸੀਤਾ ਅਸੀਂ ਦੇਹੀ ਦੀ ਗੋਦੜੀ ਨੂੰ ਸਬਰ ਸਬੂਰੀ ਦੀ ਸੂਈ ਦੇ ਨਾਲ। ਬੁਜਰਗ ਸੰਗਤ ਤੰਤਲੇ ਸੇਵਨ ਮਨਨ ਕਰੇ ਹੋ। ਅਤੇ ਜਿਹੜਾ ਸੰਗਤਾਂ ਦੇ ਵਿੱਚ ਵਿਚਰਨਾ ਹੈ, ਸੰਗਤਾਂ ਵਿੱਚ ਰਹਿਣਾ, ਸੰਗਤ ਵਿੱਚ ਰਹਿਣ ਰੂਪੀ ਧਾਗਾ ਅਸੀਂ ਜਿਹੜਾ ਹੈ ਉਹ ਲਿਆ ਹੋਇਆ ਹੈ, ਤੇ ਇਸ ਤਰ੍ਹਾਂ ਦੀ ਅਸੀਂ ਇਹ ਗੋਦੜੀ ਸੀਤੀ ਹੋਈ ਹੈ। ਚਉਪਈ ਮਾਨ ਖੋਏ ਗਰ ਪਾਵਹੁ ਤਾਹੇ। ਗਰੀਬ ਨਵਾਜ ਕਹਿਣ ਲੱਗੇ ਮਾਣ ਨੂੰ ਖੋ ਕੇ ਗਵਾ ਕੇ ਹੰਕਾਰ ਨੂੰ ਗਵਾਉਣ ਰੂਪ ਗੋਦੜੀ ਅਸੀਂ ਗਲ ਵਿੱਚ ਪਾਈ ਹੋਈ ਹੈ। ਜਾਮ ਸਰ ਦੇ ਡਰ ਹੋਵਤ ਨਾਹੇ। ਤੇ ਮੌਤ ਦਾ ਭੈ ਰੂਪੀ ਠੰਡ ਇਹ ਗੋਦੜੀ ਪਹਿਨਣ ਦੇ ਨਾਲ ਕਦੀ ਲੱਗਦੀ ਨਹੀਂ ਹੈ। ਹੋਏ ਬੇਐਬ ਬੈਰਾਗੇ ਸੋਏ। ਅਤੇ ਵੈਰਾਗੀ ਕੌਣ ਹੈ? ਮਹਾਰਾਜ ਕਹਿਣ ਲੱਗੇ ਅਸੀਂ ਕਿਹੜਾ ਵਿਰਾਗ ਧਾਰਨ ਕੀਤਾ ਹੋਇਆ? ਹੋਏ ਬੈਰਾਗ, ਦੁਨੀਆ ਵਾਲੇ ਪਾਸੇ ਤੋਂ ਵੈਰਾਗੀ ਹੋ ਜਾਣਾ, ਮੋਹ ਤੋੜ ਲੈਣਾ, ਇਹ ਵਿਰਾਗ ਅਸੀਂ ਧਾਰਨ ਕੀਤਾ ਹੋਇਆ। ਮਾਇਆ ਮੋਹ ਲਗੈ ਨਹਿ ਕੋਏ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਾਨੂੰ ਮਾਇਆ ਦਾ ਕੋਈ ਮੋਹ ਨਹੀਂ ਹੈ, ਜਿਹੜਾ ਮੋਹ ਨੂੰ ਤਿਆਗਣ ਕੀਤਾ ਇਹੀ ਵਿਰਾਗ ਮਤ ਅਸੀਂ ਧਾਰਨ ਕੀਤਾ ਹੋਇਆ। ਏਕ ਖੁਦਾਏ ਸਭਨ ਮਹਿ ਜਾਣਹਿ। ਇੱਕ ਕਰਤਾ ਪੁਰਖ ਨਿਰੰਕਾਰ ਸਾਰਿਆਂ ਦੇ ਵਿੱਚ ਵਿਚਰ ਰਿਹਾ, ਇਹ ਗੱਲ ਅਸਾਂ ਨੇ ਜਾਣੀ ਹੋਈ ਹੈ। ਹਿਰਦੈ ਵਿਕਾਰ ਨਾ ਕਬਹੁ ਆਨਹਿ। ਸਾਡੇ ਮਨ ਦੇ ਵਿੱਚ ਕੋਈ ਵਿਕਾਰ ਨਹੀਂ ਹੈ। ਜਿਹੜਾ ਕੋਈ ਉਦਾਸੀ ਸਾਡੇ ਵਰਗਾ ਬਣਨਾ ਚਾਹੁੰਦਾ ਹੈ ਉਹਨੂੰ ਆ ਸਾਡੇ ਵਾਲੇ ਜਿਹੜੇ ਸ਼ੁਭ ਗੁਣ ਉਹ ਧਾਰਨ ਕਰਨੇ ਪੈਣਗੇ। ਕੋਈ ਮਨ ਵਿੱਚ ਵਿਕਾਰ ਨਾ ਕਿਸੇ ਪ੍ਰਕਾਰ ਦਾ ਲਿਆਵੇ। ਬੰਧਨ ਤਜ ਅਬੰਧ ਜੋ ਰਹਾ। ਇਹ ਬੰਧਨਾਂ ਦੇ ਵਿੱਚੋਂ ਮੁਕਤ ਹੋ ਜਾਵੇ। ਬੰਧਨਾਂ ਦਾ ਵਾਧਾ ਹੋਇਆ ਕਿ ਕਰਮ ਕਾਂਡੀ ਬੰਧਨਾਂ ਵਿੱਚ ਬੱਧੇ ਹੋ ਜਾਂਦੇ ਆ। ਇਸੇ ਪ੍ਰਕਾਰ ਕੇ ਘਰ ਗ੍ਰਸਤੀ ਦੇ ਬੰਧਨਾਂ ਵਿੱਚ ਇੰਨੇ ਫਸੇ ਹੁੰਦੇ ਆ, ਸੇਵਾ ਵੀ ਨਹੀਂ ਉਹ ਕਰ ਸਕਦੇ, ਸਿਮਰਨ ਭਜਨ ਵੀ ਨਹੀਂ ਉਹਨਾਂ ਦੇ ਪਾਸੋਂ ਹੁੰਦਾ। 24 ਘੰਟੇ ਧੰਦੇ ਦੇ ਵਿੱਚ ਬੱਝੇ, ਜਿਉਂ ਕੋਹਲੂ ਬਲਦ ਭਰਮਾਏਂਦਾ, ਜਿਵੇਂ ਕੋਹਲੂ ਦਾ ਬਲਦ ਖੋਪੇ ਲਾ ਕੇ ਤੇ ਕੋਹਲੂ ਦੇ ਅੱਗੇ ਜਿਉ ਦਿੰਦਾ ਹੈ ਤੇਲੀ, ਜਿਉਂ ਸਵੇਰ ਤੋਂ ਜਿਉਂਦਾ ਉਹਨੂੰ ਸ਼ਾਮਾਂ ਤੱਕ ਤੁਰਿਆ ਹੀ ਆਉਂਦਾ, ਖੋਪੇ ਲੱਗੇ ਹੁੰਦੇ, ਅੱਖਾਂ ਵੱਜੀਆਂ ਹੁੰਦੀਆਂ,
ਭੌਂ ਚੜ ਜਾਂਦੇ, ਉਹਨੂੰ ਪਤਾ ਹੀ ਨਹੀਂ ਲੱਗਦਾ, ਬਸ ਤੁਰਿਆ ਹੀ ਜਾਂਦਾ ਹੈ ਕੋਲੂ ਗੇੜਦਾ ਹੋਇਆ। ਮਹਾਰਾਜ ਕਹਿੰਦੇ ਇਹ ਜੇ ਬੰਧਨਾਂ ਵਿੱਚ ਨਾ ਜੀਵ ਬੱਝੇ, ਬੰਧਨਾਂ ਤੋਂ ਮੁਕਤ ਹੋਵੇ, ਜਿੰਨੇ ਸਾਡੇ ਵਰਗਾ ਉਦਾਸੀ ਬਣਨਾ ਹੈ। ਤੇ ਕੋ ਸੰਤ ਬਿਰਾਗੇ ਕਹੈ। ਤੇ ਸਾਡੇ ਮਤ ਵਿੱਚ ਮਹਾਰਾਜ ਕਹਿਣ ਲੱਗੇ ਉਸ ਨੂੰ ਵੈਰਾਗੀ ਕਹਿੰਦੇ ਆ, ਜਿਹੜੇ ਅਸੀਂ ਬਚਨ ਦੱਸੇ, ਜਿਹੜਾ ਇਹਨਾਂ ਬਚਨਾਂ ਨੂੰ ਕਮਾਉਂਦਾ ਹੈ। ਸੁਨ ਕੈ ਸ਼ਰਫ ਭਇਓ ਮਨ ਦੇਨ। ਇਹ ਜਿਸ ਵੇਲੇ ਬਚਨ ਸੱਚੇ ਪਾਤਸ਼ਾਹ ਮਹਾਰਾਜ ਦੇ ਸ਼ੇਖ ਸ਼ਰਫ ਨੇ ਸੁਣੇ, ਨਿਮਰ ਭਾਵ ਦੇ ਵਿੱਚ ਆ ਗਿਆ, ਦੀਨਤਾ ਦੇ ਵਿੱਚ ਆ ਗਿਆ, ਗਰੀਬੀ ਭਾਵ ਦੇ ਵਿੱਚ ਆ ਗਿਆ। ਪਗ ਸਿਰ ਧਰ ਨਾ ਉਠਾਵਨ ਕੇਨ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਸ਼ੇਖ ਸ਼ਰਫ ਨੇ ਸਿਰ ਰੱਖ ਦਿੱਤਾ, ਚੱਕਿਆ ਨਹੀਂ ਹੈ ਮੁੜ ਕੇ, ਉਤਰਾ ਹੀ ਡਿੱਗਾ ਪਿਆ ਮਹਾਰਾਜ ਦੇ ਚਰਨਾਂ ਤੇ। ਕਹਿ ਕੇ ਭਇਓ ਮੁਰੇਦ ਤੁਮਾਰਾ। ਨਾਲ ਸਿਰ ਰੱਖਿਆ ਹੋਇਆ ਸਤਿਗੁਰਾਂ ਦੇ ਚਰਨਾਂ ਤੇ, ਨਾਲ ਅਰਜ਼ਾਂ ਕਰਦਾ ਢੱਠਾ ਹੋਇਆ, ਮਹਾਰਾਜ ਮੈਨੂੰ ਬਖਸ਼ ਲਓ, ਮੈਂ ਅੱਜ ਤੋਂ ਬਾਅਦ ਤੁਹਾਡਾ ਬੰਦਾ, ਮੈਂ ਤੁਹਾਡਾ ਗੁਲਾਮ, ਮੈਂ ਤੁਹਾਡਾ ਸੇਵਕ ਹਾਂ। ਹੋਏ ਪੀਰਨ ਸਿਰ ਪੀਰ ਉਦਾਰਾ। ਅਤੇ ਮਹਾਰਾਜ ਤੁਸੀਂ ਮੇਰੇ ਪੀਰਾਨ ਪੀਰ ਹੋ। ਤੁਮ ਸਮ ਸਾਹਿਬ ਔਰ ਨਾ ਪਾਵਹਿ। ਇਹ ਸੱਚੇ ਪਾਤਸ਼ਾਹ ਮਹਾਰਾਜ ਤੁਹਾਡੇ ਵਰਗੇ ਪਰਿਪੂਰਨ ਸਮਰੱਥ ਸੁਆਮੀ ਮਾਲਕ ਅਸੀਂ ਦੁਨੀਆ ਤੇ ਹੋਰ ਕਿੱਥੋਂ ਵੀ ਪ੍ਰਾਪਤ ਨਹੀਂ ਕਰ ਸਕਦੇ ਹਾਂ। ਜਗਤ ਸਰਬ ਜੇ ਖੋਜਨ ਜਾਵਹਿ। ਸਾਰੀ ਸ੍ਰਿਸ਼ਟੀ ਦੇ ਵਿੱਚ ਰਵੀਏ ਤੇ ਕਿੱਥੇ ਨਹੀਂ ਪ੍ਰਾਪਤ ਹੋ ਸਕਦੇ ਆਪ ਵਰਗਾ ਸਰੂਪ। ਗੁਰ ਨਿਜ ਕਰ ਸੋ ਸੇਸ ਉਠਾਵਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਸ਼ੇਖ ਸ਼ਰਫ ਜਿਹੜਾ ਸਤਿਗੁਰਾਂ ਦੇ ਚਰਨਾਂ ਤੇ ਢੱਠਾ ਹੋਇਆ ਸੀਗਾ, ਉਹਦਾ ਸਿਰ ਜਿਹੜਾ ਹੈ ਆਪ ਆਪਣੇ ਹੱਥਾਂ ਨਾਲ ਚੱਕਿਆ। ਕਹਿਓ ਹਿਰਦੇ ਤੇ ਤਜੇ ਦਾਵਾ। ਇਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸ਼ੇਖ ਸ਼ਰਫ ਦਾਵਾ ਨਹੀਂ ਬੰਨੀਦਾ ਕਿਸੇ ਨਾਲ ਕਿ ਆ ਮੇਰਾ, ਆ ਮੈਂ ਕਰ ਦੂੰਗਾ, ਮੈਂ ਭਾਵ ਨੂੰ ਮਿਟਾਉਣਾ ਹੈ। ਦਾਵਾ ਬੰਨਣਾ ਰੱਬ ਦੇ ਨਾਲ ਸ਼ਰੀਕਤ ਕਰਨੀ, ਰੱਬ ਦੇ ਸ਼ਰੀਕ ਬਣਨਾ, ਤੇ ਰੱਬ ਆਪਣੇ ਸ਼ਰੀਕ ਬਣਨ ਵਾਲਿਆਂ ਨੂੰ ਭਲਾ ਨਹੀਂ ਸਮਝਦਾ ਹੈ। ਇਸ ਵਾਸਤੇ ਕਿਸੇ ਵੀ ਚੀਜ਼ ਦਾ ਦਾਵਾ ਨਹੀਂ ਕਰਨਾ ਹੈ, ਮੇਰ ਨਹੀਂ ਜਤਾਉਣੀ ਹੈ। ਸਤਨਾਮ ਸਿਮਰਾਹੋ ਲਿਵ ਲਾਏ। ਅਤੇ ਉਸ ਕਰਤੇ ਦੇ ਨਾਮ ਨੂੰ ਜੋ ਸੱਚਾ ਹੈ, ਉਹਦਾ ਨਾਮ ਵੀ ਸੱਚਾ ਹੈ, ਉਹਦੇ ਨਾਮ ਨੂੰ ਸੁਰਤੀ ਦੇ ਨਾਲ ਜੋੜ ਕੇ ਜਪਣਾ ਹੈ। ਦੇਖ ਹੈ ਕਰੁਣਾ ਦ੍ਰਸ਼ਟ ਖੁਦਾਏ। ਉਹ ਜਿਹੜਾ ਖੁਦਾ ਹੈ ਨਾ, ਜਦ ਉਹਦਾ ਨਾਮ ਲਓਗੇ, ਇੱਕ ਦਿਨ ਸਮਾਂ ਆਵੇਗਾ ਜਦੋਂ ਦਇਆ ਦੀ ਦ੍ਰਿਸ਼ਟੀ ਦੇ ਨਾਲ ਤੁਹਾਨੂੰ ਤੱਕੇਗਾ, ਦੇਖੇਗਾ। ਛੋਇਓ ਗੁਰੂ ਕਰ ਸੋ ਸਿਰ ਜਬਹਿ। ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਸ਼ੇਖ ਸ਼ਰਫ ਦਾ ਸਿਰ ਆਪਣੇ ਚਰਨਾਂ ਤੋਂ ਚੱਕਣ ਵਾਸਤੇ ਜਦੋਂ ਉਹਦੇ ਸਿਰ ਨੂੰ ਹੱਥ ਲਾਇਆ ਸੱਚੇ ਪਾਤਸ਼ਾਹ ਮਹਾਰਾਜ ਨੇ, ਜਗੇ ਨਾਮ ਲਿਵ ਮਨ ਮਹਿ ਤਬਹਿ। ਜਿਸ ਤਰ੍ਹਾਂ ਜੋਤ ਤੋਂ ਦੂਈ ਜੋਤ ਜਗ ਜਾਂਦੀ ਹੈ, ਹੱਥ ਲਾਉਣ ਦੇ ਨਾਲ ਹੀ ਸਾਧ ਸੰਗਤ ਜੀ ਪ੍ਰਕਾਸ਼ ਹੋ ਗਿਆ ਬੁੱਧੀ ਦੇ ਵਿੱਚ ਸ਼ੇਖ ਸ਼ਰਫ ਦੇ। ਗੁਰ ਕਹੈ ਤੁਮ ਅਬ ਸਾਧਨ ਸਿਧਾਰਹੁ। ਗਰੀਬ ਨਵਾਜ ਕਹਿਣ ਲੱਗੇ, ਸ਼ੇਖ ਸ਼ਰਫ ਜਾਓ ਭਾਈ, ਹੁਣ ਤੁਸੀਂ ਆਪਣੇ ਘਰ ਨੂੰ ਚਲੇ ਜਾਵੋ। ਹਿਰਦੇ ਖੁਦਾਏ ਸਦੇਵ ਸਮਾਰਹੁ। ਆਦੇ ਉਹ ਜਿਹੜਾ ਰੱਬ ਹੈ ਸਾਰਿਆਂ ਦਾ ਪ੍ਰਤਪਾਲਕ ਹੈ, ਸਾਰਿਆਂ ਦਾ ਘਾਲਕ ਵੀ ਹੈ, ਲੈਤਾ ਵੀ ਕਰਨ ਵਾਲਾ ਹੈ, ਉਹਨੂੰ ਹਰ ਵੇਲੇ ਆਪਣੇ ਹਿਰਦੇ ਵਿੱਚ ਵਸਾ ਕੇ ਉਹਦੇ ਨਾਮ ਨੂੰ ਜਪਦੇ ਰਹਿਣਾ। ਸ਼ੇਖ ਜੋਰ ਕਰ ਬਚਨ ਉਚਾਰਾ। ਤੇ ਸ਼ੇਖ ਸ਼ਰਫ ਨੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਅਰਜ਼ ਕੀਤੀ, ਬਹੁਰ ਦੇਹੋਗੇ ਕਬ ਹੈ ਦਿਦਾਰਾ। ਇਹ ਸੱਚੇ ਪਾਤਸ਼ਾਹ ਮਹਾਰਾਜ ਦੁਬਾਰਾ ਕਦੋਂ ਕਿਰਪਾ ਹੋਵੇਗੀ, ਕਦੋਂ ਆਣ ਕੇ ਦਰਸ਼ਨ ਦਿਦਾਰ ਦੇਵੋਗੇ ਜੀ। ਹਿਰਦੇ ਯਾਦ ਰਾਖਹੁ ਯੋਤ ਪ੍ਰੀਤੇ। ਗਰੀਬ ਨਵਾਜ ਕਹਿਣ ਲੱਗੇ, ਸ਼ੇਖ ਸ਼ਰਫ ਪਿਆਰ ਦੇ ਨਾਲ ਬਈ ਹਿਰਦੇ ਵਿੱਚ ਸਾਨੂੰ ਯਾਦ ਰੱਖਣਾ। ਅਬ ਦੀਦਾਰ ਸਮਝਾਹੋ ਇਸ ਰੇਤੇ। ਇਹ ਗਰੀਬ ਨਵਾਜ ਕਹਿਣ ਲੱਗੇ, ਹੁਣ ਤਾਂ ਸਾਡੇ ਦਰਸ਼ਨ ਤੈਨੂੰ ਇਸ ਤਰ੍ਹਾਂ ਹੀ ਫੁਰਨੇ ਵਿੱਚ ਹੀ ਹੋਣਗੇ। ਯਾਦ ਕਰੇਗਾ ਨਾ, ਫੁਰਨੇ ਵਿੱਚ ਦਰਸ਼ਨ ਦੇ ਦਿਆ ਕਰਾਂਗੇ, ਪ੍ਰਤੱਖ ਸਰੂਪ ਵਿੱਚ ਹੁਣ ਦਰਸ਼ਨ ਲੱਗਦੇ ਨਹੀਂ ਵੀ ਦੁਬਾਰਾ ਹੋਣਗੇ, ਪਰ ਤੂੰ ਯਾਦ ਕਰੇਗਾ ਤੇ ਤੇਰੇ ਹਿਰਦੇ ਵਿੱਚ ਪ੍ਰਗਟ ਹੋ ਜਾਇਆ ਕਰਾਂਗੇ ਅਸੀਂ। ਜਾਓ ਤੇਰੇ ਚਿਤ ਹਵੈ ਬਹੁ ਚਾਹੇ। ਗਰੀਬ ਨਵਾਜ ਕਹਿਣ ਲੱਗੇ, ਜੇ ਤੇਰੇ ਮਨ ਵਿੱਚ ਬਹੁਤ ਚਾਹਨਾ ਹੋਵੇ ਨਾ ਕਿ ਗੁਰੂ ਨਾਨਕ ਜੀ ਆਉਣ ਤੇ ਮੈਨੂੰ ਦਰਸ਼ਨ ਦੇਣ, ਸ਼ਹਿਜ਼ਾਦਾ ਹੈ ਖੁਰਮੇ ਮਾਹੇ। ਤਾਂ ਫਿਰ ਅਸੀਂ ਗੁਰੂ ਸਿੱਖੀ ਦੇ ਪ੍ਰਚਾਰ ਵਾਸਤੇ ਖੁਰਮੇ ਨਗਰ ਦੇ ਵਿੱਚ ਭਾਈ ਮਰਦਾਨੇ ਦੇ ਪੁੱਤਰ
ਸ਼ਹਿਜ਼ਾਦੇ ਨੂੰ ਛੱਡ ਆਏ ਹਾਂ। ਮਰਦਾਨੇ ਕੋ ਸੋਤ ਯੋਤ ਗਿਆਨ, ਤੇ ਉਹ ਗਿਆਨਵਾਨ ਹੈ, ਮਰਦਾਨੇ ਦਾ ਪੁੱਤਰ ਐਵੇਂ ਹੀ ਨਹੀਂ ਹੈ। ਤੇਹ ਕੋ ਦਰਸਾ ਹੋ ਜਾਏ ਸੁਜਾਨਾ, ਤੇ ਜਦ ਵੀ ਦਿਲ ਕਰੇ ਦਰਸ਼ਨ ਕਰਨ ਨੂੰ ਸ਼ਹਿਜ਼ਾਦੇ ਦੇ ਜਾ ਕੇ ਦਰਸ਼ਨ ਕਰ ਆਉਣੇ, ਸਾਡੇ ਦਰਸ਼ਨ ਹੋ ਜਾਇਆ ਕਰਨਗੇ। ਜੈਸੋ ਦਰਸ ਹਮਾਰੋ ਕੀਨੋ, ਗਰੀਬ ਨਵਾਜ ਕਹਿਣ ਲੱਗੇ ਜਿਹੇ ਜਿਹਾ ਸਾਡਾ ਦਰਸ਼ਨ ਤੂੰ ਕਰ ਰਿਹਾ ਹੈ, ਤੈਸੇ ਫਲ ਤੇਹ ਕੋ ਤੁਮ ਚੀਨੋ, ਇਹ ਸਾਡੇ ਦਰਸ਼ਨਾਂ ਦਾ ਹੀ ਮਹਾਤਮ ਫਲ ਤੈਨੂੰ ਪ੍ਰਾਪਤ ਹੋ ਜਾਇਆ ਕਰੇਗਾ ਜਦ ਖੁਰਮੇ ਜਾ ਕੇ ਤੂੰ ਸ਼ਹਿਜ਼ਾਦੇ ਦੇ ਦਰਸ਼ਨ ਕਰੇਗਾ। ਸੁਨ ਆਇਸ ਗੁਰ ਕੇ ਸਿਰ ਧਰਕੈ, ਇਹ ਬਚਨ ਸੁਣੇ ਆ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ੇਖ ਸ਼ਰਫ ਨੇ ਤੇ ਸਿਰ ਮੱਥੇ ਪ੍ਰਵਾਨ ਕੀਤੇ। ਗਮਰਿਓ ਸਾਧਨ ਭਾਉ ਬਹੁ ਕਰਕੈ, ਅਤੇ ਬੜੇ ਪਿਆਰ ਦੇ ਨਾਲ ਸਤਿਗੁਰਾਂ ਤੋਂ ਆਗਿਆ ਲੈ ਕੇ ਆਪਣੇ ਘਰ ਨੂੰ ਚਲੇ ਗਿਆ ਸ਼ੇਖ ਸ਼ਰਫ। ਚਲਨ ਤਿਆਰ ਆਪ ਭੇਜਬਹਿ, ਇਧਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦ ਚੱਲਣ ਵਾਸਤੇ ਤਿਆਰ ਹੋਏ, ਯਾਰ ਵਲੀ ਬੰਦੇ ਪਾਦ ਤਬਹਿ, ਤੇ ਉਹ ਵਲੀ ਯਾਰ ਜਿਹੜਾ ਹੈ ਉਸ ਨੇ ਦੋਨੋਂ ਹੱਥ ਜੋੜ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੇ। ਦੋਹਰਾ ਮੋਕੋ ਮਿਲਹੁ ਆਨ ਕਬ, ਕਰੁਣਾ ਨੇਦ ਸੁਖ ਦਾਏ, ਅਤੇ ਵਲੀ ਯਾਰ ਨੇ ਅਰਜ਼ ਕੀਤੀ, ਕਹਿਣ ਲੱਗੇ ਹੈ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਤੁਰ ਚੱਲੇ ਹੋ ਤੇ ਹੁਣ ਦੁਬਾਰਾ ਕਦੋਂ ਆਣ ਕੇ ਦਰਸ਼ਨ ਦੇਵੋਗੇ। ਕਿਦੋਂ ਚਲਹੁ ਲੈ ਸੰਗ ਨਿਜ, ਬਿਰਹ ਨਾ ਹਵੈ ਜਿਸ ਪਾਏ, ਕਹਿਣ ਲੱਗਾ ਮਹਾਰਾਜ ਦੇ ਕਿਰਪਾ ਹੀ ਕਰਦੇ ਹੋ ਨਾ ਮੇਰੇ ਤੇ, ਆ ਵਿਛੋੜਾ ਨਾ ਪਵੇ, ਮੈਨੂੰ ਨਾਲ ਹੀ ਲੈ ਚੱਲੋ, ਜਿਸ ਪਿਆਰੇ ਸਿਉਨੇ ਹੋ ਤੇ ਸਾਗੇ ਮਰ ਚੱਲੀਏ। ਇਹ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਬਚਨ, ਹਰ ਪਿਆਰੇ ਗੁਰਸਿੱਖ ਦੇ ਹਿਰਦੇ ਤੋਂ ਇਹ ਬਚਨ ਪ੍ਰਗਟ ਹੁੰਦੇ, ਮਹਾਰਾਜ ਤੁਹਾਡਾ ਵਿਛੋੜਾ ਨਹੀਂ ਝੱਲਿਆ ਜਾਂਦਾ, ਕਿਰਪਾ ਕਰੋ ਨਾਲ ਹੀ ਲੈ ਚੱਲੋ। ਨਾਲ ਨਹੀਂ ਖੜਨਾ ਤੇ ਫਿਰ ਮਹਾਰਾਜ ਮਨ ਦੀ ਬਿਰਤੀ ਇਹੋ ਜਿਹੀ ਬਣਾ ਦੇਵੋ ਕਿ ਇਹ ਮਨ ਭਟਕਦਾ ਨਾ ਰਹੇ। ਇਹ ਬੇਨਤੀ ਕੀਤੀ ਹੈ ਵਲੀ ਯਾਰ ਨੇ। ਚਉਪਏ ਸ਼ੇਰ ਗੁਰ ਕਹਿਓ ਮਿਲਨ ਇਹੋ ਜਾਨਾ, ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ ਵੀ ਵਲੀ ਯਾਰ ਆ ਜਿਹੜਾ ਮਿਲਾਪ ਹੋਇਆ ਹੈ ਆਪਣਾ, ਦਾਵੇ ਕੋ ਕਰ ਦੂਰ ਗੁਮਾਨਾ, ਇਹ ਮਿਲਾਪ ਹੁਣ ਐ ਹੀ ਹੋਣਾ ਸੀ। ਹੁਣ ਤੂੰ ਇਹ ਦਾਵਾ ਛੱਡ ਦੇ ਵੀ ਕਦੋਂ ਦੁਬਾਰਾ ਆਵਾਂਗੇ, ਕਦੋਂ ਤੈਨੂੰ ਦਰਸ਼ਨ ਦੇਵਾਂਗੇ। ਰਹਿਨੋ ਇਹਾਂ ਆਪਨੋ ਜਾਨਹੁ, ਤੂੰ ਹੁਣ ਇਸ ਤਰ੍ਹਾਂ ਮਨ ਵਿੱਚ ਵਿਚਾਰ ਵੀ ਤੂੰ ਹੁਣ ਇੱਥੇ ਹੀ ਰਹਿਣਾ, ਸਾਡੇ ਨਾਲ ਨਹੀਂ ਜਾਣਾ ਹੈ। ਹਿਰਦੇ ਹਮਾਰੇ ਆਇਸ ਮਾਨਹੁ, ਤੇ ਹਿਰਦੇ ਵਿੱਚ ਸਾਡੇ ਬਚਨ ਨੂੰ ਸਤ ਕਰਕੇ ਮੰਨਣਾ, ਜੋ ਅਸੀਂ ਤੈਨੂੰ ਕਿਹਾ ਉਹਨੂੰ ਭੁਲਾਉਣਾ ਨਹੀਂ ਹੈ, ਭਾਵ ਕੰਧਾਰ ਦੇ ਵਿੱਚ ਹੀ ਰਹਿਣਾ ਹੈ ਤੂੰ। ਅਸ ਕਹੇ ਗਮਨ ਕੇਨ ਤਿਹ ਕਾਲਾ, ਐਂ ਕਹਿ ਕੇ ਸੱਚੇ ਪਾਤਸ਼ਾਹ ਮਹਾਰਾਜ ਕੰਧਾਰ ਤੋਂ ਚਾਲੇ ਪਾ ਦਿੱਤੇ। ਤਾਜ ਕੰਧਾਰ ਗੇ ਗ੍ਰਾਮ ਕਿਰਪਾਲਾ, ਤੇ ਐ ਸੱਚੇ ਪਾਤਸ਼ਾਹ ਜੀ ਕੰਧਾਰ ਨਗਰ ਵਿੱਚੋਂ ਚਾਲੇ ਪਾ ਕੇ ਅੱਗੇ ਇੱਕ ਨਗਰ ਦੇ ਵਿੱਚ ਗਏ ਹੈ। ਕੀ ਕੌਤਕ ਸਤਿਗੁਰੂ ਜੀ ਕਰਦੇ ਹਨ। ਏਕ ਪਠਾਨ ਮਿਲਿਓ ਤਹ ਆਏ, ਉਹ ਨਗਰ ਵਿੱਚ ਇੱਕ ਪਠਾਨ ਸੱਚੇ ਪਾਤਸ਼ਾਹ ਮਹਾਰਾਜ ਨੂੰ ਆਣ ਕੇ ਮਿਲਿਆ। ਪ੍ਰਭ ਕੋ ਦੇਖਤ ਗਿਰਾ ਅਲਾਏ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਦੇਖ ਕੇ ਬੇਨਤੀ ਕੀਤੀ, ਕਹਿਣ ਲੱਗਾ ਦੋਹਰਾ ਕਹਿਤੇ ਆਏ ਕੌਣ ਹੋ ਕਿਉਂ ਬੈਸੇ ਇਸ ਥਾਨ, ਬੇਨਤੀ ਕਰਦਾ ਹੈ ਸਵਾਲ। ਸਤਿਗੁਰੂ ਫਿਰ ਉੱਤਰ ਦਿੰਦੇ ਹੈ ਤੇ ਸਮਾਂ ਇਜਾਜ਼ਤ ਨਹੀਂ ਦਿੰਦਾ, ਇਸ ਵਾਸਤੇ ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਇਹਦੇ ਸਵਾਲਾਂ ਦਾ ਉੱਤਰ ਸਤਿਗੁਰੂ ਜੀ ਕੀ ਦਿੰਦੇ ਹੈ ਤੇ ਇਹਨੂੰ ਤਾਰਦੇ ਕਿਵੇਂ ਹੈ, ਕੱਲ੍ਹ ਦੇ ਪ੍ਰਸੰਗ ਦੇ ਵਿੱਚ ਸਾਰੀ ਕਥਾ ਆਵੇਗੀ। ਗਰੀਬ ਨਵਾਜ ਸੱਚੇ ਪਾਤਸ਼ਾਹ ਮਿਹਰ ਕਰਨ, ਜਿਵੇਂ ਇਹਨਾਂ ਲੋਕਾਂ ਨੂੰ ਤਾਰਿਆ ਹੈ, ਆਪਾਂ ਵੀ ਅਰਦਾਸ ਕਰੀਏ ਮਹਾਰਾਜ ਅਸੀਂ ਐਵੇਂ ਹੀ ਦਾਅਵੇ ਬੰਨੇ ਫਿਰਦੇ ਹਾਂ। ਜੇ ਕਿ ਸਾਡੇ ਕੋਲ ਨਿੱਕੀ ਜੀ ਕਾਰ ਹੈ ਤੇ ਅਸੀਂ ਕਹਿੰਦੇ ਸਾਡੇ ਕੋਲ ਜਿਹੇ ਜੀ ਕਿਸੇ ਕੋਲ ਹੈ ਹੀ ਨਹੀਂ, ਤੇ ਜਿਹਦੇ ਕੋਲ ਵੱਡੀ ਉਹ ਕਹਿੰਦਾ ਜਿੱਡੀ ਮੇਰੇ ਕੋਲ ਐਡੀ ਇਲਾਕੇ ਜੀ ਕਿਸੇ ਨੇ ਨਹੀਂ। ਹਉਮੈ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਝੱਟ ਮਾਤਰ ਛਿਨ ਮਾਤਰ ਦੇ ਵਿੱਚ ਭੰਗਰ ਹੋ ਜਾਣ ਵਾਲੀਆਂ, ਇਹਨਾਂ ਦੇਹੀ ਦਾ ਵੀ ਕੋਈ ਭਰੋਸਾ ਨਹੀਂ, ਅਸੀਂ ਦੇਹੀ ਦਾ ਹੀ ਮਾਣ ਕਰੀ ਜਾਂਦੇ ਹਾਂ। ਸਾਡੇ ਪਾਸ ਜਿੰਨੀ ਵਿਦਿਆ ਇੰਨੀ ਵਿਦਿਆ ਹੀ ਕਿਸੇ ਦੇ ਕੋਲ ਨੇ, ਜਿਵੇਂ ਸਾਡਾ ਸੁੰਦਰ ਸਰੂਪ ਇੰਨਾ ਸਰੂਪ ਹੀ ਕਿਸੇ ਦਾ ਚੰਗਾ ਨਹੀਂ ਹੈ। ਗੁਰੂ ਕਿਰਪਾ ਕਰਨ ਇਹ ਦਾਅਵੇ ਅਸੀਂ ਤਿਆਗੀਏ ਤੇ ਗੁਰੂ ਦੇ ਚਰਨਾਂ ਤੇ ਟਹਿ ਕੇ ਗੁਰੂ ਕੇ ਕੂਕਰ ਬਣ ਕੇ ਆਪਣਾ ਜੀਵਨ ਬਤੀਤ ਕਰੀਏ। ਕੂਕਰ ਦਾ ਸਾਧ ਸੰਗਤ ਜੀ ਇਸ ਵਾਸਤੇ ਬਚਨ, ਜਿੱਥੇ ਕਿਤੇ ਵਫਾਦਾਰੀ ਦੀ ਗੱਲ ਆਉਂਦੀ ਗੁਰਬਾਣੀ ਨੇ ਕੂਕਰ ਨੂੰ ਸਭ ਤੋਂ ਵੱਡਾ ਵਫਾਦਾਰ ਮੰਨਿਆ। ਆਪਾਂ ਆਪਣੇ ਗੁਰੂ ਦੇ ਵਫਾਦਾਰ ਹੋ ਕੇ ਰਹੀਏ,
ਮੜੀਆਂ ਮੱਟਾਂ ਮਸਾਣਾ ਮੰਦਰਾਂ ਦੇ ਘੰਟੇ ਨਾ ਜਾ ਕੇ ਖੜਕਾਈਏ। ਜੇ ਗੁਰੂ ਕੇ ਦਰ ਘਰ ਦੇ ਕੂਕਰਾਂ ਤੇ ਗੁਰੂ ਦੇ ਚਰਨਾਂ ਦੇ ਵਿੱਚ ਹੀ ਆਪਣੀ ਸੇਵਾ ਤੇ ਸਿਮਰਨ ਭਜਨ ਕਰਕੇ ਜੀਵਨ ਬਤੀਤ ਕਰਕੇ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਤੋਂ ਸਮਤ ਬਖਸ਼ਣੀ। ਪਿਆਰ ਸਤਿਕਾਰ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ